इंद हरि राय हर कृष्ण गुरु तेग बहादुर चंद। दसवें गोबिंद सिंह गुरु नमो चरण अरविंद। जिसमें है अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक अंकारा सतगुरु ते प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा रे मन तज आलस सरब। गहो उद्दम हर नाम। लोक परलोक सहाय हुआ। पूरह सगरे काम। रे मन तज आलस सरब। वाहिगुरु जी का खालसा वाहिगुरु जी की फतेह। दीन दयाल पतित पावन भगत वत्सल धन धन श्री गुरु नानक देव साहिब जी महाराज। श्री गुरु गोबिंद सिंह जी महाराज। दसे गुरु साहिबाना दी आत्मक जोत जागदी जोत। चवर छतर ਸਿੰਘਾਸਣ तख्त दे मालक। धन 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 श्री गुरु ग्रंथ साहिब जी महाराज। सतगुरु जी की साजी नवाजी गुरु रूप गुरु प्यारी साध संगत जीओ। आप जी बहुत ही कर्मां वाले हो, ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ, ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਮਹਾਨ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਦੇ ਚਰਨਾਂ ਵਿੱਚ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹੈ। ਸੱਚ ਕੀ ਬਾਣੀ ਧੁਰ ਕੀ ਬਾਣੀ ਸੋ ਦਰ ਰਹਿਰਾਸ ਸਾਹਿਬ ਦੇ ਜਾਪ ਹੋਏ। ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਹੋਈ। ਪਾਵਨ ਪਵਿੱਤਰ ਹੁਕਮਨਾਮੇ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਉਸ ਤੋਂ ਉਪਰੰਤ ਜਿਹੜੇ ਨਿਤਨੇਮ ਨਾਲ ਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਪਵਿੱਤਰ ਕਥਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਆਪਾਂ ਕੁਝ ਮਹੀਨਿਆਂ ਤੋਂ ਕਾਫੀ ਲੰਬੇ ਸਮੇਂ ਤੋਂ ਸਰਵਣ ਕਰਦੇ ਆ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਗੁਰੂ ਸਾਹਿਬ ਜੀ ਨੇ ਰਾਸਧਾਰੀਆਂ ਦਾ ਲੋਟਾ ਜਦੋਂ ਵਾਪਸ ਸਤਵੇਂ ਆਕਾਸ਼ ਲਿਆ ਕੇ ਰੱਖ ਦਿੱਤਾ, ਅੱਗੇ ਭਗਤੀਏ ਰਾਸ ਪਾਉਣੀ ਸ਼ੁਰੂ ਕਰ ਦਿੱਤੀ, ਸਿੱਧਾਂ ਨੂੰ ਗੁੱਸਾ ਆਇਆ ਅਤੇ ਇਹ ਚਰਚਾ ਕਰਨ ਵਾਸਤੇ ਆ ਗਏ। ਇਹਨਾਂ ਵਿੱਚੋਂ ਜਿਹੜਾ ਭੰਗਰਨਾਥ ਸੀ, ਬਹੁਤਾ ਹੀ ਜਿਹੜਾ ਬੋਲ ਕਚੋਲ ਬੋਲਦਾ ਸੀ। ਪੁੱਛੇ ਜੋਗੀ ਭੰਗਰਨਾਥ ਤੋਹਿਕ ਦੁੱਧ ਵਿੱਚ ਕਾਂਜੀ ਪਾਈ। ਇਹ ਆ ਕਿਵੇਂ ਬੋਲਿਆ ਕਿ ਗੁਰੂ ਨਾਨਕ ਸਾਹਿਬ ਤੁਸਾਂ ਨੇ ਤੇ ਗਿਆਨ ਦੀ ਰੀਤੀ ਭੂਰਾ ਮਾਤਰ ਇੱਕ ਵੀ ਨਹੀਂ ਜਾਣੀ। ਅਤੇ ਐਵੇਂ ਕਹਿੰਦਾ ਵੀ ਤੁਹਾਨੂੰ ਪਤਾ ਹੀ ਕੱਖ ਨਹੀਂ। ਗੁਰੂ ਸਾਹਿਬ ਜੀ ਨੂੰ ਕਹਿੰਦਾ ਵੀ ਤੁਸਾਂ ਨੇ ਭਾਵ ਕੇ ਜਿਹੜਾ ਸੰਨਿਆਸ ਧਾਰਨ ਕੀਤਾ ਸੀ, ਉਦਾਸੀਆਂ ਵਾਲਾ ਭੇਖ, ਵੀ ਘਰ ਬਾਰ ਛੱਡ ਕੇ ਉਪਰਾਮ ਹੋ ਕੇ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਵਿਦੇਸ਼ ਦੜਾਉਂਦੇ ਰਹੇ ਹੋ ਅਤੇ ਇੰਨਾ ਰਟਨ ਕਰਕੇ ਹੁਣ ਤੁਸਾਂ ਨੇ ਆ ਕੇ ਸੰਸਾਰੀ ਕੱਪੜੇ ਪਹਿਨ ਲਏ, ਫਿਰ ਗ੍ਰਹਿਸਥੀ ਬਣ ਕੇ ਬਹਿ ਗਏ ਹੋ।
ਇਹ ਤੁਸਾਂ ਨੇ ਸੰਨਿਆਸ ਰੂਪੀ ਚਾਟੇ ਦੇ ਵਿੱਚ ਗ੍ਰਹਿਸਥ ਰੂਪੀ ਕਾਂਜੀ ਪਾ ਦਿੱਤੀ। ਇਸ ਕਰਕੇ ਤੁਹਾਨੂੰ ਗਿਆਨ ਪ੍ਰਾਪਤ ਨਹੀਂ ਹੋਏਗਾ, ਮੁਕਤੀ ਨਹੀਂ ਪ੍ਰਾਪਤ ਹੋਏਗੀ। ਜਿਵੇਂ ਵੀ ਆ ਦੁੱਧ ਵਿੱਚ ਕੋਈ ਕਾਂਜੀ ਪਾ ਦੇਵੇ ਤਾਂ ਫਿੱਟ ਜਾਂਦਾ, ਫੁੱਟ ਜਾਂਦਾ, ਖਰਾਬ ਹੋ ਜਾਂਦਾ। ਜਦੋਂ ਦੁੱਧ ਫੁੱਟ ਗਿਆ, ਜਾਗ ਕੋਈ ਲੱਗਣੀ ਨਹੀਂ, ਮੱਖਣ ਕੋਈ ਨਿਕਲਣਾ ਨਹੀਂ। ਇਵੇਂ ਤੁਹਾਨੂੰ ਗਿਆਨ ਰੂਪੀ ਮੱਖਣ, ਮੁਕਤੀ ਰੂਪੀ ਮੱਖਣ ਪ੍ਰਾਪਤ ਨਹੀਂ ਹੋਏਗਾ। ਗੁਰੂ ਸਾਹਿਬ ਜੀ ਨੇ ਫਿਰ ਇਹਨੂੰ ਮੋੜਵਾਂ ਜਵਾਬ ਦਿੱਤਾ ਵੀ ਉਹ ਭੰਗਰਨਾਥ, ਅਸਲ ਵਿੱਚ ਤੇਰੀ ਬੁੱਧੀ ਰੂਪ ਜਿਹੜੀ ਬੁੱਧੀ ਹੈ ਨਾ, ਇਹ ਤੇਰੀ ਮਾਂ ਕੁਚੱਜੀ ਹੈ। ਇੱਕ ਤੇ ਗੋਰਖਨਾਥ ਤੇਰਾ ਗੁਰੂ, ਉਹ ਮਾਂ ਤੇਰੀ ਕੁਚੱਜੀ, ਤੇ ਤੇਰੀ ਬੁੱਧੀ ਰੂਪ ਮਾਤਾ ਵੀ ਕੁਚੱਜੀ ਹੈ। ਜਿਸ ਬੁੱਧੀ ਰੂਪ ਤੇਰੀ ਮਾਤਾ ਨੇ ਤੇਰੇ ਮਨ ਰੂਪੀ ਭਾਂਡੇ ਦੇ ਵਿੱਚੋਂ ਜਿਹੜੀ ਹਉਮੈ ਦੀ ਮੈਲ ਕੱਢੀ ਨਹੀਂ ਹੈ, ਤੇਰੇ ਮਨ ਰੂਪੀ ਭਾਂਡੇ ਨੂੰ ਸਾਫ਼ ਨਹੀਂ ਕੀਤਾ, ਹਉਮੈ ਦੀ ਮੈਲ ਕੱਢ ਕੇ ਸ਼ੁੱਧ ਨਹੀਂ ਕੀਤਾ, ਜਿਸ ਕਰਕੇ ਤੇਰਾ ਨਿਸ਼ਕਾਮ ਕਰਮਾਂ ਰੂਪੀ ਦੁੱਧ, ਗੁਰੂ ਦੇ ਉਪਦੇਸ਼ ਰੂਪੀ ਦੁੱਧ, ਇਹ ਕਿਸੇ ਕੰਮ ਨਹੀਂ ਹੈ। ਇਹ ਫਿੱਟ ਗਿਆ ਹੈ, ਖਰਾਬ ਹੋ ਗਿਆ ਹੈ ਹਉਮੈ ਦੀ ਮੈਲ ਕਰਕੇ, ਤੇ ਗਿਆਨ ਵੀ ਤੇਰਾ ਨਸ਼ਟ ਹੋ ਗਿਆ ਹਉਮੈ ਕਰਕੇ। ਵਾਹਿਗੁਰੂ ਦੀ ਪ੍ਰਾਪਤੀ ਰੂਪ, ਬ੍ਰਹਮਾਨੰਦ ਦੀ ਪ੍ਰਾਪਤੀ ਰੂਪ, ਗਿਆਨਾਨੰਦ ਦੀ ਪ੍ਰਾਪਤੀ ਰੂਪ, ਯਥਾਰਥ ਗਿਆਨ ਰੂਪੀ ਜਿਹੜਾ ਮੱਖਣ, ਉਹ ਤੈਨੂੰ ਪ੍ਰਾਪਤ ਨਹੀਂ ਹੋਏਗਾ। ਗੁਰੂ ਸਾਹਿਬ ਜੀ ਜਦੋਂ ਖਰੀਆਂ ਸੁਣਾਈਆਂ ਅਤੇ ਸਾਧ ਸੰਗਤ ਜੀ ਵਿੱਚੋਂ ਸ਼ੰਭੂਨਾਥ ਬੋਲਿਆ, ਕਹਿਣ ਲੱਗਾ ਵੀ ਤੁਸਾਂ ਨੇ ਕਿਹੜੀ ਸ਼ਕਤੀ ਦਿਖਾਈ ਲੋਕਾਂ ਨੂੰ, ਜੋ ਦੂਸਰਿਆਂ ਨੂੰ ਸ਼ਕਤੀ ਦਿਖਾਈ ਸਾਨੂੰ ਵੀ ਦਿਖਾਓ, ਸਾਨੂੰ ਪਤਾ ਲੱਗੇ ਤੁਸੀਂ ਕਿੰਨੀਆਂ ਸ਼ਕਤੀਆਂ ਦੇ ਮਾਲਕ ਹੋ। ਅਤੇ ਕਹਿਣ ਲੱਗਾ ਵੀ ਅਸੀਂ ਲੁਕ ਜਾਂਦੇ ਹਾਂ, ਜਾਂ ਤੁਸੀਂ ਸਾਨੂੰ ਲੱਭੋ, ਜਾਂ ਤੁਸੀਂ ਲੋਕ ਛਿਪ ਜਾਓ ਅਤੇ ਅਸੀਂ ਤੁਹਾਨੂੰ ਲੱਭ ਲਵਾਂਗੇ। ਜਿਹਨੇ ਲੱਭ ਲਿਆ ਉਹੀ ਉਹ ਮਹਾਨ। ਜੇ ਦੋਵਾਂ ਨੇ ਲੱਭ ਲਿਆ ਦੋਵੇਂ ਮਹਾਨ, ਜਿਹੜਾ ਨਾ ਲੱਭ ਸਕਿਆ ਉਹ ਥੱਲੇ, ਜਿਹੜਾ ਨਾ ਲੱਭਿਆ ਉਹ ਸ਼ਕਤੀ ਵਾਲਾ। ਗੁਰੂ ਸਾਹਿਬ ਜੀ ਕਹਿੰਦੇ ਵੀ ਸਾਡੇ 'ਚ ਤਾਂ ਕੋਈ ਸ਼ਕਤੀ ਨਹੀਂ ਹੈਗੀ, ਅਤੇ ਤੁਸੀਂ ਸ਼ਕਤੀ ਵਿਖਾ ਦਿਓ। ਫਿਰ ਇਹਨਾਂ ਸਲਾਹ ਕੀਤੀ, ਦਸੋ ਦਿਸ਼ਾਵਾਂ 'ਚ, ਕੁਝ ਪਤਾਲ 'ਚ, ਕੁਝ ਆਕਾਸ਼, ਕੁਝ ਪੂਰਬ, ਪੱਛਮ, ਉੱਤਰ, ਦੱਖਣ, ਐਵੇਂ ਜਿਹੜੀਆਂ ਕੋਨੇ ਵਾਲੀਆਂ ਦਿਸ਼ਾਵਾਂ 'ਚ ਵੀ ਧੱਸ ਗਏ, ਲੋਕ ਛਿਪ ਗਏ। ਫਿਰ ਗੁਰੂ ਸਾਹਿਬ ਜੀ ਨੇ ਉਨੇ ਸਰੂਪ ਧਾਰਨ ਕਰ ਲਏ, ਅਨਕ ਰੂਪ ਖਿਨ ਮਾਹਿ ਕੁਦਰਤ ਧਾਰਦਾ। ਉਨੇ ਸਰੂਪ ਧਾਰਨ ਕਰਕੇ ਜਿੱਥੇ ਜਿੱਥੇ ਲੁਕੇ ਸੀ ਨਾ, ਅਤੇ ਮਹਾਰਾਜ ਜੀ ਨੇ ਨਾ ਮੁੱਛਾਂ ਬੜੀਆਂ ਤਗੜੀਆਂ ਨਾਲ ਰੱਖੀਆਂ ਸੀ, ਮੁੱਛਾਂ ਤੋਂ ਫੜ ਕੱਢ ਕੇ ਲਿਆਂਦੇ। ਜਿਵੇਂ ਕੋਈ ਗਿੱਚੀ ਤੋਂ ਫੜ ਲਵੇ ਅਤੇ ਜਾਂ ਐਵੇਂ ਫੜ ਕੇ ਲਿਆਵੇ ਉਹਨਾਂ ਨੂੰ, ਮੋਰਾਂ ਤੋਂ ਫੜ ਕੇ, ਅਤੇ ਬੜੀ ਸ਼ਰਮਿੰਦੇ ਜੇ ਹੁੰਦਾ ਨਾ ਬੰਦਾ, ਇਵੇਂ ਸਿੱਧਨਾਥ ਬੜੇ ਸ਼ਰਮਿੰਦੇ ਹੋਏ, ਸਾਰੇ ਇੱਕ ਥਾਂ ਇਕੱਠੇ ਕਰ ਦਿੱਤੇ। ਫਿਰ ਗੁਰੂ ਸਾਹਿਬ ਜੀ ਕਹਿੰਦੇ ਵੀ ਹੁਣ ਅਸੀਂ ਲੁਕਦੇ ਹਾਂ, ਤੁਸੀਂ ਸਾਨੂੰ ਲੱਭ ਕੇ ਦਿਖਾਓ। ਅਤੇ ਜੇ ਨਾ ਲੱਭੀਏ, ਭਾਈ ਬਾਲਾ ਜੀ ਨੂੰ ਕਹਿਣਾ ਅਰਦਾਸ ਕਰਨੀ, ਇੱਕ ਟਕਾ ਰੱਖ ਕੇ ਅਸੀਂ ਆਪੇ ਪ੍ਰਗਟ ਹੋ ਜਾਵਾਂਗੇ। ਇਹ ਕਹਿ ਕੇ ਮਹਾਰਾਜ ਨੇ ਪੰਜ ਤੱਤਾਂ 'ਚ ਲੀਨ ਕਰ ਦਿੱਤੇ। ਇਹ ਫਿਰ ਲੱਭਣਾ ਇਹਨਾਂ ਸ਼ੁਰੂ ਕਰ ਦਿੱਤਾ, ਅਤੇ ਪਾਗਲ ਹੋ ਗਏ। ਕਦੇ ਸਮੁੰਦਰਾਂ 'ਚ, ਨਦੀਆਂ 'ਚ, ਪਹਾੜਾਂ 'ਚ, ਆਕਾਸ਼ਾਂ 'ਚ, ਪਤਾਲਾਂ 'ਚ, ਪਤਾ ਨਹੀਂ ਕਿੱਥੇ ਕਿੱਥੇ ਗਏ। ਅਖੀਰੇ ਇਹਨਾਂ ਨੇ ਭਾਈ ਬਾਲੇ ਨੂੰ ਕਿਹਾ ਕਿ ਭਾਈ ਬਾਲਾ ਅਰਦਾਸ ਕਰ, ਮਹਾਰਾਜ ਨਹੀਂ ਲੱਭਣੇ ਸਾਨੂੰ। ਅਰਦਾਸ ਕੀਤੀ, ਜਦੋਂ ਇਹਨਾਂ ਸਿਰ ਨਵਾਇਆ, ਸਤਿਗੁਰੂ ਜੀ ਪ੍ਰਗਟ ਹੋ ਗਏ। ਇਹ ਦੇਖ ਕੇ ਹੈਰਾਨ ਪਰੇਸ਼ਾਨ ਵੀ ਅਸੀਂ ਲੱਭ ਥੱਕ ਗਏ, ਕਿੱਥੋਂ ਨਿਕਲ ਆਏ ਮਹਾਰਾਜ। ਫਿਰ ਇਹ ਬੜੇ ਸ਼ਰਮਿੰਦਿਤ ਹੋਏ ਸੀ, ਅਤੇ ਇਹਨਾਂ ਨੂੰ ਚੜ੍ਹ ਗਿਆ ਗੁੱਸਾ। ਉਹਦੇ ਮਨ ਘਿਓ ਹੀ ਪੈ ਗਿਆ ਅੱਗ 'ਤੇ, ਅੱਗ 'ਤੇ ਪਹਿਲਾਂ ਹੀ ਸਨ ਗੁੱਸੇ ਖੋਰੇ, ਜਿਹੜੇ ਗੁਰੂ ਦੀ ਵਡਿਆਈ ਹੋਈ ਨਾ, ਮਹਿਮਾ ਵੀ ਪਛਾਣ ਨਹੀਂ ਸਕੇ, ਕਿ ਲੱਭ ਨਹੀਂ ਸਕੇ, ਘਿਓ ਹੀ ਪੈ ਗਿਆ ਹੈ ਇਹਨਾਂ ਦੇ ਗੁੱਸੇ ਉੱਪਰ। ਫਿਰ ਤਾਂ ਇਹਨਾਂ ਨੇ ਰੂਪ ਵਟਾਲੇ ਵੱਖੋ ਵੱਖਰੇ, ਕੋਈ ਸ਼ੇਰ ਬਣ ਗਿਆ, ਕੋਈ ਬਘਿਆੜ,
ਕੋਈ ਤਗੜਾ ਸੱਪ, ਕੋਈ ਆਕਾਸ਼ 'ਚ ਉੱਡਦਾ ਫਿਰੇ, ਕੋਈ ਪਾਣੀ 'ਤੇ ਤਰੀ ਜਾਵੇ ਬੇੜੀ ਵਾਂਗ। ਐਵੇਂ ਇਹਨਾਂ ਨੇ ਕੋਈ ਨਾ ਕਿਸੇ ਨੇ ਖੱਲਾਂ ਡਾ ਦਿੱਤੀਆਂ, ਆਪਣੀਆਂ ਜੇਤੇ ਬਹਿ ਕੇ ਆਸਣ ਲਾਉਂਦੇ ਸੀ। ਗੁਰੂ ਸਾਹਿਬ ਜੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਇਹਨਾਂ, ਪਰ ਗੁਰੂ ਸਾਹਿਬ ਨਿਰਭਉ ਹਨ, ਮਹਾਰਾਜ ਕੋਈ ਨਹੀਂ ਡਰੇ। ਲੋਕ ਜਿਹੜੇ ਅਚਲ ਮੰਦਰ ਵਿੱਚ ਦਰਸ਼ਨ ਕਰਨ ਵਾਸਤੇ ਆਏ ਸੀ, ਉਹ ਬੜੇ ਡਰ ਗਏ। ਜਿਹੜੇ ਸਿੱਧ ਲੋਕਾਂ ਨੂੰ ਡਰ ਪਾਉਣ ਆਪਣਾ, ਜਦੋਂ ਭੱਜਣ ਨੱਠਣ ਲੱਗੇ ਤਾਂ ਸਤਿਗੁਰੂ ਜੀ ਨੇ ਕਿਹਾ, ਭਾਈ ਭੱਜੋ ਕਿਤੇ ਨਾ, ਕੁਝ ਨਹੀਂ ਹੁੰਦਾ। ਅਜਿੱਤਾ ਚੌਧਰੀ ਨੂੰ ਕਿਹਾ ਸਤਿਗੁਰੂ ਜੀ ਨੇ, ਜੋ ਗੁਰੂ ਕਾ ਸਿੱਖ ਸੀ। ਮਹਾਰਾਜ ਕਹਿੰਦੇ, ਭਾਈ ਇੱਕ ਕਾਰ ਜਿਹੜੀ ਨਾ ਲਕੀਰ ਕੱਢ ਦੇ ਸਾਡੇ ਇਰਦ ਗਿਰਦ। ਉਹਨੇ ਹੁਕਮ ਮੰਨ ਕਿਵੇਂ ਕੱਢ ਦਿੱਤੀ ਕਾਰ। ਲੋਕ ਖੜੇ ਸਾਰਾ ਤਮਾਸ਼ਾ ਦੇਖ ਰਹੇ ਸਨ। ਇੱਧਰੋਂ ਅਜਿੱਤਾ ਚੌਧਰੀ, ਇਹਦੇ 'ਚ ਸ਼ਕਤੀ ਬੜੀ ਸੀ ਗੁਰੂ ਜੀ ਦੀ ਦਿੱਤੀ ਹੋਈ। ਇਹਨੇ ਇੱਕ ਵਿਛਾਈ ਚਾਦਰ ਜੀ ਲਈ ਹੈ, ਪਾਣੀ ਉੱਪਰ ਰੱਖ ਦਿੱਤੀ ਹੈ। ਉਹਦਾ ਇੱਕ ਧਾਗਾ ਨਹੀਂ ਭੇਜਿਆ, ਉੱਪਰ ਚੌਂਕੜਾ ਮਾਰ ਲਿਆ ਆਸਣ ਲਾ ਕੇ। ਜਿਹੜੇ ਉਹ ਪੰਛੀ ਮਰੇ ਹੋਏ ਡਿੱਗੇ ਪਏ ਸੀ ਪਾਣੀ 'ਤੇ ਤਰਦੇ ਫਿਰਦੇ, ਉਹ ਫੜ ਫੜ ਕੇ ਜੀਂਦੇ ਕਰ ਕਰਕੇ ਉਡਾਈ ਜਾਏ। ਲੋਕ ਵੇਖ ਵੇਖ ਕੇ ਹੈਰਾਨ। ਫਿਰ ਜਿਵੇਂ ਸਿੱਧ ਨਾ ਸ਼ਰਮਿੰਦੇ ਹੋਏ, ਅਤੇ ਜਿਹੜੇ ਸਨ ਚੰਗੇ ਵਿਚਾਰੇ ਮੰਗਲਨਾਥ ਹੋਣੀ, ਪ੍ਰਾਣਨਾਥ, ਜਦੋਂ ਇਹਨਾਂ ਵੇਖਿਆ ਵੀ ਇਹਦੇ ਹਾਰ ਗਏ, ਚੰਗੀ ਗੱਲ ਬਣੀ, ਉਹ ਬੜੇ ਖੁਸ਼ ਹੋਏ। ਫਿਰ ਰਹਿੰਦਾ ਜਿਹੜਾ ਪ੍ਰਸੰਗ ਸਿੱਧਾਂ ਦਾ ਜਿਵੇਂ ਉਹ ਹੋਇਆ, ਉਹ ਆਪਾਂ ਸਰਵਣ ਆਵਾ ਜੀ ਦੀਵਾਨਾਂ ਵਿੱਚ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਹੈ, ਮਾਰੇ ਕਿਰਪਾ ਕਰਨ, ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰੇ ਮਨ ਤਜ ਆਲਸ ਸਰਬ। ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਆਪਣੇ ਮਨ ਨੂੰ ਸੰਬੋਧਨ ਕਰਦੇ ਹੋਏ ਇਹ ਮੰਗਲ ਰਚਨਾ ਮੰਗਲ ਦੀ ਕਰ ਰਹੇ ਹੈ। ਕਹਿੰਦੇ, ਹੇ ਮੇਰੇ ਮਨਾ, ਜਿਹੜੇ ਸਾਰੇ ਆਲਸ ਨਾ ਇਹਨਾਂ ਨੂੰ ਤੂੰ ਛੱਡ ਦੇ। ਕਿ ਜਿਹੜਾ ਅੰਮ੍ਰਿਤ ਵੇਲੇ ਉੱਠਣਾ ਨਹੀਂ, ਉੱਠ ਕੇ ਇਸ਼ਨਾਨ ਨਹੀਂ ਕਰਨਾ, ਇਸ਼ਨਾਨ ਕਰਕੇ ਗੁਰੂ ਦੀ ਬਾਣੀ ਨਹੀਂ ਪੜ੍ਹਨੀ, ਸਿਮਰਨ ਨਹੀਂ ਕਰਨਾ, ਗੁਰੂ ਘਰ ਨਹੀਂ ਜਾਣਾ, ਸੰਗਤ ਨਹੀਂ ਕਰਨੀ, ਸੇਵਾ ਨਹੀਂ ਕਰਨੀ, ਇਹ ਜਿਹੜੇ ਤੂੰ ਆਲਸ ਕਰਦਾ ਹੈ, ਹੇ ਮਨਾ, ਇਹ ਜਿਹੜੇ ਮਾੜੇ ਆਲਸ ਹੈ ਨਾ, ਦੁੱਖ ਦੇਣ ਵਾਲੇ, ਗੁਰੂ ਤੋਂ ਬੇਮੁਖ ਕਰ ਦੇਣ ਵਾਲੇ, ਇਹਨਾਂ ਨੂੰ ਤੂੰ ਛੱਡ ਕਰਕੇ ਕਹੋ ਉਦਮ ਹਰ ਨਾਮ। ਵਾਹਿਗੁਰੂ, ਵਾਹਿਗੁਰੂ ਦਾ ਜਿਹੜਾ ਨਾਮ ਸਿਮਰਨ ਕਰਨਾ ਹੈ, ਇਸ ਦਾ ਇਹ ਉਦਮ ਤੂੰ ਗ੍ਰਹਿਣ ਕਰ ਲਾ, ਇਹ ਉਦਮ ਫੜ। ਚੜ੍ਹੇ ਦਿਨ ਗੁਰਬਾਣੀ ਗਾਵੇ, ਇਹ ਉਦਮ ਕਰ। ਵਾਹਿਗੁਰੂ ਵਾਹਿਗੁਰੂ ਨਾਮ ਨੂੰ ਤੂੰ ਹੇ ਮਨਾ ਉਦਮ ਕਰਕੇ ਗ੍ਰਹਿਣ ਕਰ ਲਾ। ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਵੀ ਕਰ, ਇਸ਼ਨਾਨ ਕਰਕੇ ਬਾਣੀ ਪੜ੍ਹ, ਸਿਮਰਨ ਕਰ, ਗੁਰੂ ਕੀ ਸੰਗਤ ਕਰ, ਸੇਵਾ ਕਰ, ਇਹ ਉਦਮ ਗ੍ਰਹਿਣ ਕਰ ਮੇਰੇ ਮਨਾ। ਲੋਕ ਪਰਲੋਕ ਸਹਾਏ ਹੋਵੇ। ਜੇ ਤੂੰ ਮਨਾ ਕਵੇਂ ਵੀ ਮੈਂ ਹਾਂ ਉਦਮ ਕਰੂੰਗਾ ਤੇ ਮੈਨੂੰ ਫਲ ਕੀ ਮਿਲੂਗਾ, ਵੀ ਮੈਂ ਖਿਆਈ ਵੀ ਝੱਲਣੀ ਹੈ ਸਵੇਰੇ ਉੱਠਣ ਦੀ, ਨੀਂਦ ਛੱਡਣੀ ਹੈ, ਤੇ ਮੈਨੂੰ ਫਲ ਕੀ ਮਿਲੂਗਾ, ਕਿਉਂਕਿ ਦੂਜੇ ਲੋਕ ਸੁੱਤੇ ਰਹਿੰਦੇ ਹੈ ਅਤੇ ਮੇਰਾ ਵੀ ਜੀਅ ਕਰਦਾ ਸੌਣ ਨੂੰ। ਅਤੇ ਮਹਾਰਾਜ ਕਹਿੰਦੇ, ਹੇ ਮਨਾ, ਕਵੀ ਸਾਹਿਬ ਜੀ ਕਹਿੰਦੇ ਵੀ ਹੇ ਮਨਾ, ਲੋਕ ਪਰਲੋਕ ਸੁਹਾਏ ਹੋਏ। ਵਾਹਿਗੁਰੂ ਨਾਮ ਨੂੰ ਜੇ ਤੂੰ ਉਦਮ ਕਰਕੇ ਗ੍ਰਹਿਣ ਕਰੇਗਾ, ਸਿਮਰਨ ਕਰੇਗਾ,
ਲੋਕ ਪਰਲੋਕ ਵਿੱਚ ਤੇਰਾ ਉਹ ਨਾਮ ਸਹਾਈ ਹੋਵੇਗਾ, ਇੱਥੇ ਉੱਥੇ ਰਖਵਾਲਾ ਹੋਵੇਗਾ। ਪੂਰਹਿ ਸਗਲੇ ਕਾਮ। ਤੇ ਜਿਹੜੇ ਕੰਮਾਂ ਵਾਸਤੇ ਤੂੰ ਭੱਜਿਆ ਫਿਰਦਾ ਨਾ ਵੀ ਫਲਾਣਾ ਕੰਮ ਵੀ ਹੋ ਜਾਏ, ਤੇ ਜਾਂ ਤੂੰ ਵੀ ਇਹ ਚਲਾਕੀਆਂ ਕਰਦਾ ਵੀ ਗੁਰੂ ਕੀ ਸੰਗਤ ਛੱਡ ਕੇ ਤੇ ਪਹਿਲਾਂ ਮੈਂ ਆਪਣੇ ਕੰਮ ਨੂੰ ਹੱਥ ਪਾ ਲਵਾਂ, ਜਾਂ ਤੂੰ ਮਨ ਇਹ ਚਤਰਾਈਆਂ ਕਰਦਾ ਇਹ ਮਨ ਚੰਚਲਾ, ਜਾਂ ਤੂੰ ਇਹ ਚਤਰਾਈਆਂ ਕਰਦਾ ਵੀ ਗੁਰਬਾਣੀ ਨਾ ਪੜ੍ਹਾਂ ਸਿਮਰਨ ਨਾ ਕਰਾਂ ਤੇ ਕੰਮ ਮੇਰੇ ਸਾਰੇ ਪੂਰੇ ਹੋ ਜਾਣ, ਉਹ ਇਵੇਂ ਨਹੀਂ ਹੋ ਸਕਦੇ। ਕਿ ਨਹੀਂ ਨਾ ਕੀਏ ਕਾਜ ਮਾਇਆ ਪੂਰੇ, ਵੀ ਮੈਂ ਕੰਮ ਕਰ ਲਵਾਂ ਸਾਰੇ ਸਵਾਰ ਲਵਾਂ, ਦਿਨ ਨਾ ਚੜ੍ਹ ਦਵਾ ਤੇ 9-10 ਵਜੇ ਤੱਕ ਵੇਲਾ ਹੋ ਜਾ ਸਾਰੇ ਲੋਕਾਂ ਨੂੰ ਪਹਿਲਾਂ। ਇਵੇਂ ਕੰਮ ਨਹੀਂ ਪੂਰੇ ਹੁੰਦੇ ਗੁਰੂ ਦੇ ਨਾਮ ਤੋਂ ਬਿਨਾਂ। ਤੂੰ ਸਾਰੇ ਕੰਮ ਹੀ ਤੇਰੇ ਪੂਰੇ ਹੋ ਜਾਣਗੇ ਲੋਕ ਪਰਲੋਕ ਦੇ, ਤੂੰ ਸੁੱਖ ਮਾਣੇਗਾ, ਇੱਥੇ ਵੀ ਸੁਖੀ ਅੱਗੇ ਵੀ ਸੁਖੀ ਰਹੇਗਾ। ਜੇ ਤੂੰ ਹੈ ਮਨਾ ਆਲਸ ਛੱਡ ਕੇ ਸਾਰੇ ਤੇ ਵਾਹਿਗੁਰੂ ਦੇ ਨਾਮ ਨੂੰ ਜਪਣ ਰੂਪ ਗ੍ਰਹਿਣ ਕਰੇਗਾ, ਉਦਮ ਕਰੇਗਾ। ਸ੍ਰੀ ਬਾਲਾ ਤੰਦੁਰ ਵਾਚ ਚੌਪਈ। ਸੁਨੀਏ ਸੁਨੀਏ ਸ੍ਰੀ ਤੇਹਨ ਕੁਲ ਦੀਪਾ। ਭਾਈ ਬਾਲਾ ਜੀ ਕਹਿੰਦੇ ਹੈ ਵੀ ਸ਼੍ਰੋਮਣੀ ਤ੍ਰਿਣਾ ਦੀ ਕੁੱਲ ਦੇ ਪ੍ਰਕਾਸ਼ ਰੂਪ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਸਤਿਗੁਰੂ ਨਾਨਕ ਸਾਹਿਬ ਜੀ ਦਾ ਅਗਲਾ ਇਤਿਹਾਸ ਸੁਣੀਏ ਪਵਿੱਤਰ। ਸਿੱਧ ਬੈਠੇ ਸਭ ਗੁਰੂ ਸਮੀਪਾ। ਐਵੇਂ ਆਪਣੀ ਸ਼ਕਤੀ ਖਿਚਵਾ ਕੇ ਬੇਇੱਜ਼ਤ ਹੋ ਕੇ ਨਿੰਮੋ ਝਾਣੇ ਜੇ ਹੋ ਕੇ ਸਾਰੀ ਸ਼ਕਤੀ ਗਵਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਹੀ ਬੈਠੇ ਹੋਏ ਸਨ ਚੁੱਪ ਕਰਕੇ। ਜਹਾਂ ਅਜਿੱਤਾ ਕਲਾ ਦਿਖਾਵਤ। ਜਿੱਥੇ ਅਚਲ ਮੰਦਰ ਵਿੱਚ ਅਜਿੱਤਾ ਚੌਧਰੀ ਸਤਿਗੁਰੂ ਜੀ ਦਾ ਸਿੱਖ ਬੜੀ ਸ਼ਕਤੀ ਦਿਖਾਉਂਦਾ ਪਿਆ ਸੀ। ਨਿਰਤਕ ਬਿਹੰਗਨ ਕੋ ਜੀਵਾਵਤ। ਕੀ ਕਰ ਰਿਹਾ ਸੀ ਸ਼ਕਤੀ, ਕੀ ਵਿਖਾ ਰਿਹਾ ਸੀ ਵੀ ਜਿਹੜੇ ਬਿਜਲੀ ਦੇ ਖੜਕੇ ਨਾਲ ਬਿਜਲੀ ਪੈਣੇ ਕਰਕੇ ਪੰਛੀ ਮਰ ਕੇ ਉਹ ਸਰੋਵਰ ਵਿੱਚ ਡਿੱਗੇ ਹੋਏ ਸਨ, ਉਹਨਾਂ ਮਰਿਆਂ ਹੋਇਆਂ ਨੂੰ ਇਹ ਪੰਛੀਆਂ ਨੂੰ ਜਿਉਂਦੇ ਕਰੀ ਜਾ ਰਿਹਾ ਸੀ, ਜਿਉਂਦੇ ਕਰਕੇ ਉਡਾਈ ਜਾ ਰਿਹਾ ਸੀ। ਪ੍ਰਿੰਦ ਲੋਕ ਤਹਾਂ ਬਿਖਾ ਤਮਾਸਾ। ਉੱਥੇ ਜਿਹੜੇ ਮੇਲਾ ਦੇਖਣ ਆਏ ਸੀ ਸ਼ਿਵਰਾਤਰੀ ਦਾ, ਬਹੁਤੇ ਲੋਕ ਉੱਥੇ ਖੜੇ ਇਹ ਸਾਰੇ ਤਮਾਸ਼ਾ ਦੇਖ ਰਹੇ ਸਨ ਜੋ ਅਜਿੱਤਾ ਚੌਧਰੀ ਕਰ ਰਿਹਾ ਸੀ। ਤਾਂ ਕਿ ਦੇਸ਼ ਦੇਖਿਓ ਸੁਖ ਰਾਸਾ। ਜਦੋਂ ਪੰਛੀ ਜੇ ਫੜਫੜਾਉਂਦੇ ਉੱਡ ਕੇ ਜਾ ਰਹੇ ਹੈ ਵੀ ਮਰੇ ਹੋਏ ਪੰਛੀ ਕਿਵੇਂ ਜੀਂਦੇ ਹੋ ਰਹੇ ਹੈ, ਸੁੱਖਾਂ ਦੀ ਰਾਸ ਸਤਿਗੁਰੂ ਜੀ ਨੇ ਜਦੋਂ ਅਜਿੱਤੇ ਚੌਧਰੀ ਦੀ ਤਰਫ ਦੇਖਿਆ। ਭੋਜਨ ਹਿਤ ਪ੍ਰਭ ਭਜਨ ਉਜਾਰੇ। ਪੁੱਛਣ ਵਾਸਤੇ ਗੁਰੂ ਸਾਹਿਬ ਜੀ ਨੇ ਬਚਨ ਕਹੇ। ਕੋ ਹੈ ਇਹ ਜੋ ਮਿਰਤਕ ਜਿਵਾਰੇ। ਕਿਉਂਕਿ ਉੱਥੇ ਭੀੜ ਬਹੁਤ ਲੱਗੀ ਹੋਈ ਸੀ, ਜਿਸ ਕਰਕੇ ਮਹਾਰਾਜ ਕਹਿੰਦੇ ਵੀ ਆਹ ਕੌਣ ਹੈ ਇੱਥੇ ਜਿਹੜਾ ਮਰੇ ਹੋਏ ਪੰਛੀਆਂ ਨੂੰ ਜਿਉਂਦੇ ਕਰ ਉਡਾਈ ਜਾ ਰਿਹਾ ਹੈ। ਨੌਕਾ ਸੰਸਰ ਚੀਰ ਡਸਾਇਓ। ਤੇ ਆਹ ਕੌਣ ਹੈ ਜਿਹਨੇ ਬੇੜੀ ਦੇ ਸਮਾਨ ਆਪਣਾ ਕੱਪੜਾ ਹੀ ਵਿਛਾਇਆ ਹੋਇਆ, ਪਾਣੀ ਤੇ ਕਿਤੇ ਧਾਗਾ ਨਹੀਂ ਭੇਜ ਰਿਹਾ। ਤਿਹ ਪਰ ਬੈਠ ਨਾ ਨੀਰ ਛਵਾਇਓ। ਉਸ ਉੱਪਰ ਬੈਠਾ ਹੋਇਆ ਹੈ ਤੇ ਜਿਹੜਾ ਨੀਰ ਭਾਵ ਪਾਣੀ ਨਹੀਂ ਛੋ ਰਿਹਾ ਉਸ ਕੱਪੜੇ ਨੂੰ। ਕਰਾਮਾਤ ਕਰਕੇ ਦਿਖਰਾਵਾ। ਕਰਾਮਾਤ ਜਿਹੜੀ ਹੈ ਉਹ ਕਰਕੇ ਦਿਖਾ ਰਿਹਾ ਹੈ। ਲੋਕਨ ਮਹਾ ਨਿਜ ਮਾਨ ਵਧਾਵਾ। ਇਹ ਕੌਣ ਜਿਹੜਾ ਲੋਕਾਂ ਵਿੱਚ ਐਵੇਂ ਸ਼ਕਤੀ ਆਪਣੀ ਦਿਖਾ ਕੇ ਸਿੱਧਾ ਨਾਥਾਂ ਵਾਂਗ ਮਾਨ ਸਤਿਕਾਰ ਵਧਾ ਰਿਹਾ ਹੈ। ਸਿੱਧ ਕਹਿਓ ਇਹੋ ਚੇਲਾ ਤੇਰਾ। ਉਸ ਵੇਲੇ ਸਿੱਧ ਕੋਲੀ ਬੈਠੇ ਸਨ, ਇਹਨਾਂ ਤਰਕਰੀ ਮਾਰ ਕੇ ਗਿਆ ਮਹਾਰਾਜ ਹੋਰ ਕੌਣ ਹੋਣਾ ਇੱਥੇ, ਇਹ ਤੁਹਾਡਾ ਚੇਲਾ ਚਾਚੜਾ ਸੇਵਕੀ ਹੈ। ਅਬ ਕੇ ਸਮੈ ਨਾ ਕੋ ਅਨਹੇਰਾ। ਕਿਉਂਕਿ ਹੁਣ ਦੇ ਸਮੇਂ ਕਲਯੁਗ ਦੇ ਸਮੇਂ ਵਿੱਚ ਜਿਹੜਾ ਹੋਰ ਕੋਈ ਨਹੀਂ ਦੇਖਿਆ ਜਾਂਦਾ। ਕਰਾਮਾਤ ਇੱਕ ਸਦਨ ਤੁਮਾਰੇ। ਜਿਹੜੀ ਤਾਕਤ ਅਗੰਮੀ ਸ਼ਕਤੀ ਹੈ
ਉਹ ਤੇ ਇੱਕ ਤੁਹਾਡੇ ਘਰ ਵਿੱਚ ਹੀ ਹੈ। ਭਾਵ ਇੱਕ ਤੇ ਤੁਹਾਡੇ ਕੋਲ ਹੈ ਤੇ ਤੁਹਾਡੇ ਜਾਂ ਸਿੱਖ ਸੇਵਕਾਂ ਕੋਲ ਸ਼ਕਤੀ ਸਿੱਧੀ ਹੈ। ਜਿਉ ਚਾਹਤ ਤਿਉ ਤੁਧ ਦਿਖਾਰੇ। ਜਿਵੇਂ ਤੁਸੀਂ ਚਾਹੁੰਦੇ ਹੋ ਤੇ ਉਹ ਦਿਖਾ ਦੇ ਰਹੇ ਹੋ, ਦਿਖਾਉਂਦੇ ਹੋ। ਇਸੇ ਤਰ੍ਹਾਂ ਤੁਹਾਡੇ ਸੇਵਕ ਜਿਵੇਂ ਚਾਹੁੰਦੇ ਉਵੇਂ ਦਿਖਾਈ ਜਾਂਦੇ ਆ ਤੇ ਦਿਖਾ ਰਿਹਾ ਹੈ ਸਾਹਮਣੇ। ਦੋਹਰਾ ਪਠਿਓ ਮਨਜ ਬੁਲਵਾਇਓ। ਗੁਰੂ ਸਾਹਿਬ ਜੀ ਨੇ ਇੱਕ ਮਨੁੱਖ ਸੇਵਕ ਨੂੰ ਭੇਜਿਆ, ਅਜਿੱਤੇ ਚੌਧਰੀ ਨੂੰ ਕੋਲ ਬੁਲਵਾਇਆ ਹੈ। ਦੇਖਿਓ ਤਿਹ ਕੀਓ। ਜਦੋਂ ਅਜਿੱਤਾ ਸਤਿਗੁਰ ਜੀ ਦੇ ਪਾਸ ਆ ਗਿਆ ਤੇ ਮਹਾਰਾਜ ਜੀ ਨੇ ਇਸ ਦੀ ਤਰਫ ਦੇਖਿਆ ਹੀ ਹੈ। ਕਰਖ ਲਈ ਸਭ ਸ਼ਕਤ ਜੋ। ਜਿੰਨੀ ਵੀ ਇਹਦੇ ਵਿੱਚ ਸ਼ਕਤੀ, ਤਾਕਤ, ਅਗੰਮੀ ਸ਼ਕਤੀ ਹੈ ਸੀ, ਉਹ ਸਾਰੀ ਸਤਿਗੁਰੂ ਜੀ ਨੇ ਖਿੱਚ ਲਈ ਹੈ ਦੇਖ ਕੇ। ਰਹਿ ਗਇਓ ਪਾਛਾ ਖੋਰ। ਤੇ ਪਿੱਛੋਂ ਇਹ ਜਿਹੜਾ ਹੈ ਐਵੇਂ ਫੋਰ ਜਿਹਾ ਹੀ ਰਹਿ ਗਿਆ, ਖਾਲੀ ਜਿਹਾ ਹੀ ਰਹਿ ਗਿਆ। ਜਿਵੇਂ ਗੰਨੇ ਵਿੱਚੋਂ ਸਾਰਾ ਰਸ ਕੱਢ ਲਈਏ, ਪਿੱਛੋਂ ਬੂਰਾ ਹੀ ਰਹਿ ਜਾਂਦਾ ਹੈ, ਪੱਛੀ ਜੀ ਖਾਲੀ ਜਿਹਾ ਹੀ, ਐਵੇਂ ਖਾਲੀ ਜਿਹਾ ਹੀ ਰਹਿ ਗਿਆ, ਤਾਕਤ ਕਢਵਾ ਕੇ ਖਿਚਵਾ ਕੇ। ਜੋ ਪਈ ਭਇਓ ਦੀਨ ਮਨ ਬੈਠਿਓ ਸੋਏ। ਫਿਰ ਬੜਾ ਇਹ ਨਿਮਾਣਾ ਦੀਨ ਜਿਹਾ ਹੋ ਗਿਆ ਮਨ ਵਿੱਚ ਤੇ ਬੈਠ ਗਿਆ ਹੈ ਉਹ ਜਿੱਤਾ ਚੌਧਰੀ। ਮਨ ਮੁਰਝਾਨਾ ਸ਼ਕਤ ਹੈ ਕੋਏ। ਮਨ ਵਿੱਚ ਬੜਾ ਮੁਰਝਾਇਆ, ਕੁਮਲਾਇਆ ਹੈ, ਸ਼ਕਤੀ ਆਪਣੀ ਖੋ ਕੇ ਗਵਾ ਕੇ। ਜਿਉ ਬਨੀਏ ਕੀ ਪੂੰਜੀ ਜਾਏ। ਜਿਵੇਂ ਕਹਿੰਦੇ ਮਾਇਆ ਕਮਾਉਣ ਵਾਲੇ ਲੋਭੀ ਬਾਣੀਏ ਦੀ ਪੂੰਜੀ ਜਿਹੜਾ ਧਨ ਰਾਸ ਉਹ ਚਲੀ ਜਾਏ। ਹੋਏ ਕਿਰਪਨ ਬਹੁ ਪਨ ਪਛਤਾਏ। ਫਿਰ ਉਹ ਕੰਜੂਸ ਜਿਹਾ ਹੋ ਕੇ ਤੇ ਬੜਾ ਪਛਤਾਏ, ਪਿੱਟੇ ਰੋਏ ਵੀ ਪੈਸੇ ਸਾਰੇ ਕਿੱਥੇ ਚਲੇ ਗਏ ਐ। ਕਿਤਕ ਕਾਲ ਪੁਨ ਸ੍ਰੀ ਗੁਣ ਖਾਨੀ। ਕਿੰਨਾ ਸਮਾਂ ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਗੁਣਾਂ ਦੀ ਖਾਨ। ਬੈਠ ਰਹੇ ਕੋ ਕਹਿਤ ਨਾ ਬਾਣੀ। ਗੁਰੂ ਸਾਹਿਬ ਜੀ ਮੌਨ ਧਾਰ ਕੇ ਚੁੱਪੀ ਬੈਠੇ ਰਹੇ ਤੇ ਕੋਈ ਬਾਣੀ ਬਚਨ ਨਹੀਂ ਕਹਿੰਦੇ ਪਏ ਸੀ। ਦਰਸਹਿ ਨਰ ਨਾਰੀ ਚਹੁ ਫੇਰੇ। ਚਾਰ ਚੁਫੇਰੇ ਜਿਹੜੇ ਸੰਗਤ ਮਾਈ ਭਾਈ ਆਏ ਹੈ ਉਹ ਆਣ ਕੇ ਗੁਰੂ ਦੇ ਦਰਸ਼ਨ ਕਰੀ ਜਾਂਦੇ ਹੈ। ਇਕ ਤਿਖਾਨ ਆਇਓ ਤੇ ਸਵੇਰੇ। ਉਸ ਵੇਲੇ ਇੱਕ ਲੱਕੜਾਂ ਨੂੰ ਵੱਢਣ ਵਾਲਾ ਤਰਖਾਣ ਸਿੱਖ ਆ ਗਿਆ। 12 ਬਰਖਨ ਕੋ ਸੁਤ ਸਾਥਾ। 12 ਕੁ ਸਾਲਾਂ ਦਾ ਉਹਦਾ ਪੁੱਤਰ ਹੈ ਸੀ, ਨਾਲ ਕਿਸ਼ੋਰ ਅਵਸਥਾ ਦਾ। ਬੰਦੇ ਚਰਨ ਕਮਲ ਜਗਨਾਥਾ। ਆਉਂਦਿਆਂ ਦੋਵਾਂ ਪਿਓ ਪੁੱਤਾਂ ਨੇ ਜਗਤ ਦੇ ਮਾਲਕ ਸਤਿਗੁਰ ਜੀ ਦੇ ਚਰਨ ਕਮਲਾਂ ਤੇ ਮੱਥਾ ਟੇਕਿਆ। ਬਿਨਾ ਯੁਗਤ ਬਨ ਬਚਨ ਉਚਾਰੇ। ਫਿਰ ਬੜੀ ਬੇਨਤੀ ਦੇ ਸਹਿਤ ਹੋ ਕੇ ਬਚਨ ਉਚਾਰੇ ਕਹੇ। ਏਕ ਤਾਤ ਪਾ ਸਦਨ ਹਮਾਰੇ। हे ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਇੱਕੋ ਇੱਕ ਪੁੱਤਰ ਸੀ ਸਾਡੇ ਘਰ ਵਿੱਚ ਹੋਇਆ। ਸਤ ਸੰਗਤ ਪ੍ਰਤਾਪ ਉਚੇਰਾ। ਆਪ ਜੀ ਦੀ ਜਿਹੜੀ ਸਤ ਸੰਗਤ ਹੈ ਉਹਦਾ ਪ੍ਰਤਾਪ ਬਹੁਤ ਹੀ ਉੱਚਾ ਮਹਾਨ ਹੈ ਮਹਾਰਾਜ ਜੀ। ਜੀਅਤ ਰਹਿਓ ਜਾਂ ਤੇ ਸੁਤ ਮੇਰਾ। ਜਿਸ ਕਰਕੇ ਆਪ ਦੀ ਸੰਗਤ ਦਾ ਐਸਾ ਉੱਚਾ ਪ੍ਰਤਾਪ ਹੈ, ਮਹਾਨ ਹੈ ਪ੍ਰਤਾਪ। ਮੇਰਾ ਜਿਹੜਾ ਪੁੱਤਰ ਉਹ ਜਿਉਂਦਾ ਹੀ ਰਿਹਾ ਹੈ। ਅਬ ਰਾਵਰ ਕੇ ਚਰਨ ਚੜਾਵਾ। ਮਹਾਰਾਜ ਤੁਸਾਂ ਨੇ ਬਖਸ਼ਿਸ਼ ਕੀਤੀ ਹੈ, ਜਿਸ ਕਰਕੇ ਹੁਣ ਮੈਂ ਆਪਣੇ ਪੁੱਤਰ ਨੂੰ ਤੁਹਾਡੇ ਚਰਨਾਂ ਵਿੱਚ ਚੜ੍ਹਾਉਣ ਦੇ ਲੱਗਾ ਵਾਂ। ਭਾਵ ਆਪ ਜੀ ਨੂੰ ਭੇਟਾ ਕਰ ਦਿੱਤਾ, ਤੁਹਾਨੂੰ ਸੌਂਪ ਦਿੱਤਾ ਆਪਣਾ ਪੁੱਤਰ। ਤੁਮ ਨਾ ਦੀਨਾ ਬਾਹਰ ਜਿਵਾਵਾ। ਕਿਉਂਕਿ ਆਪ ਜੀ ਨੇ ਦਿੱਤਾ ਹੈ ਤੇ ਆਪ ਜੀ ਨੇ ਫਿਰ ਇਹਨੂੰ ਜੇ ਦੇ ਕਰਕੇ ਤੇ ਜਵਾ ਕੇ ਵੀ ਰੱਖਿਆ, ਜਿਉਂਦਾ ਰੱਖਿਆ ਹੈ। ਗੁਰ ਕਹ ਹਮਨ ਜਿਵਾਇਓ ਕੈਸੇ। ਗੁਰੂ ਸਾਹਿਬ ਜੀ ਅੰਤਰਜਾਮੀ ਸਭ ਜਾਣਦੇ ਆ, ਫਿਰ ਵੀ ਸੰਗਤ ਦੇ ਵਿੱਚ ਭੇਦ ਦੇਣ ਵਾਸਤੇ ਬਚਨ ਕਿਹਾ ਵੀ ਇਹ ਭਾਈ ਸਿੱਖਾ ਤਰਖਾਣ, ਅਸਾਂ ਨੇ ਵੀ ਕਿਸ ਤਰ੍ਹਾਂ ਤੇਰਾ ਪੁੱਤਰ ਜਵਾਇਆ ਹੈ। ਕਹਿ ਬਾਡੀ ਸੁਣੀਏ ਪ੍ਰਭ ਜੈਸੇ। ਬਾਡੀ ਕਹੀਏ ਲੱਕੜਾਂ ਨੂੰ ਵੱਢਣ ਵਾਲਾ ਜੋ ਤਰਖਾਣ ਸੀ, ਕਹਿਣ ਲੱਗਾ ਜਿਸ ਤਰ੍ਹਾਂ
ਮੇਰਾ ਪੁੱਤਰ ਜਿਉਂਦਾ ਰਿਹਾ। ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਜੀ, ਉਹ ਵੀ ਸੁਣੀਏ। ਹਮ ਗ੍ਰਹਿ ਤਾਤ ਹੋਤ ਮਰ ਜਾਵੈ। ਗੁਰੂ ਸਾਹਿਬ ਜੀ ਜਦੋਂ ਹੀ ਸਾਡੇ ਘਰ ਵਿੱਚ ਪੁੱਤਰ ਹੁੰਦਾ ਸੀ, ਉਦੋਂ ਹੀ ਉਹ ਮਰ ਜਾਂਦਾ ਸੀ। ਸਿੱਧ ਪੀਰ ਬਹੁਤੇਰ ਮਨਾਵੈ। ਸ਼ਕਤੀਆਂ ਵਾਲੇ ਸਿੱਧ ਲੋਕ, ਵੱਡੇ ਵੱਡੇ ਪੀਰ ਮੈਂ ਬਹੁਤ ਮਨਾਏ ਪੂਜੇ ਸੀ। ਰਾਵਰ ਕੀਰਤ ਸੁਨ ਸੁਖ ਮਨ ਮੈਂ। ਹਰ ਕਿਤੇ ਵੀ ਉਹ ਪੂਰੀ ਨਾ ਪਈ। ਪੁੱਤ ਮੇਰੇ ਘਰ ਹੋਇਆ ਕਰੇ, ਧੀ ਹੋਇਆ ਕਰੇ, ਉਹ ਮਰ ਜਾਇਆ ਕਰੇ। ਬਹੁਤਿਆਂ ਨੂੰ ਮੈਂ ਮਨਾਉਂਦਾ ਵੀ ਰਿਹਾ। ਮਹਾਰਾਜ ਜਦੋਂ ਆਪ ਜੀ ਦੀ ਕੀਰਤੀ ਵਡਿਆਈ ਮਹਿਮਾ ਸੁਣੀ ਤੇ ਉਦੋਂ ਮੈਂ ਮਨ ਵਿੱਚ ਸੁਖ ਸੁਖੀ। ਸੋਵਨ ਜੀ ਸੌਂਪਿਓ ਪ੍ਰਭ ਗੁਣ ਮੈਂ। ਸੁਖਣਾ ਸੁਖੀ ਵੀ ਹੇ ਮਾਂ ਪਰਮੇਸ਼ਰ, ਮੇਰਾ ਪੁੱਤ ਜਿਉਂਦਾ ਰਹੇ। ਉਹ ਜਿਉਂਦਾ ਰਿਹਾ। ਜਿਸ ਕਰ ਜਦੋਂ ਜਿਉਂਦਾ ਰਿਹਾ, ਉਸ ਵੇਲੇ ਮੈਂ ਵਾਹਿਗੁਰੂ ਦੇ ਉਪਕਾਰ ਨੂੰ ਵਿਚਾਰ ਕੇ, ਮਨ ਵਿੱਚ ਵਿਚਾਰ ਕੇ ਵੀ ਪਰਮੇਸ਼ਰ ਦੀ ਕਿਰਪਾ ਨਾਲ ਜਿਉਂਦਾ ਰਿਹਾ। ਉਸ ਦਿਨ ਹੀ ਮੈਂ ਸੌਂਪ ਦਿੱਤਾ ਸੀ ਵਾਹਿਗੁਰੂ ਨੂੰ, ਭਾਵ ਤੁਹਾਨੂੰ ਜੀਵਤ ਰਹਿਓ ਲਓ ਅਬ ਗੁਰ ਜੀ। ਮਨ ਵਿੱਚ ਹੀ ਮੈਂ ਪਰਮੇਸ਼ਰ ਨੂੰ ਸੌਂਪ ਦਿੱਤਾ ਸੀ ਪੁੱਤਰ ਨੂੰ। ਇਹ ਜਿਉਂਦਾ ਰਿਹਾ ਹੈ। ਮਹਾਰਾਜ ਜੀ ਹੁਣ ਕਿਰਪਾ ਕਰੋ, ਇਹਨੂੰ ਲੈ ਲਓ, ਗੁਰੂ ਜੀ ਨੂੰ ਲੈ ਲਓ, ਰੱਖ ਲਓ। ਕਾਲ ਅੰਤ ਕਾ ਤਿਤ ਤਮ ਮਰਜੀ। ਹੁਣ ਇਹਦਾ ਅੰਤ ਹੋ ਜਾਵੇ, ਅੰਤ ਦਾ ਸਮਾਂ ਆ ਜਾਏ, ਭਾਵ ਮੌਤ ਹੋ ਜਾਏ, ਇਸ ਦੀ ਹੁਣ ਤੁਹਾਡੀ ਮਰਜ਼ੀ ਹੈ। ਗੁਰੂ ਸਾਹਿਬ ਜੀ ਮਰ ਜਾਵੇ ਜਾਂ ਜਿੰਦਾ ਰਹੇ, ਮੈਂ ਤੁਹਾਨੂੰ ਅਰਪਣ ਕਰ ਦਿੱਤਾ ਅਤੇ ਹੁਣ ਇਹਦੇ ਵਿੱਚ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈ। ਆਪਾਂ ਤੇ ਤੁਹਾਨੂੰ ਭੇਟਾ ਕਰ ਦਿੱਤਾ ਗੁਰੂ ਮਹਾਰਾਜ ਇਹ ਪੁੱਤਰ। ਤਿਹਾ ਕੇ ਬਚਨ ਸੁਨੇ ਜਗ ਸਾਈ। ਜਗਤ ਦੇ ਸਾਈਂ ਗੁਰੂ ਸਾਹਿਬ ਜੀ ਨੇ ਜਦੋਂ ਇਹ ਤਰਖਾਣ ਸਿਦਕੀ ਸਿੱਖ ਦੇ ਬਚਨ ਸੁਣੇ ਐ, ਕਰਵਾਏ ਕਾਸ਼ਟ ਇੱਕ ਥਾਈ। ਗੁਰੂ ਸਾਹਿਬ ਜੀ ਨੇ ਕਿੰਨੀਆਂ ਜਿਹੜੀਆਂ ਲੱਕੜਾਂ ਉਹ ਇੱਕ ਥਾਂ ਇਕੱਠੀਆਂ ਕਰਵਾ ਲਈਆਂ। ਪਾਵਕ ਫੂਕੀ ਬਚਨ ਉਚਾਰਾ। ਉਹਨਾਂ ਲੱਕੜਾਂ ਨੂੰ ਇਕੱਠਿਆਂ ਕਰਕੇ ਅੱਗ ਲਾ ਦਿੱਤੀ ਹੈ, ਫੂਕ ਦਿੱਤੀਆਂ। ਬੜੀ ਅੱਗ ਜਦੋਂ ਨਿਕਲ ਲੱਗੀ ਹੈ ਤੇ ਗੁਰੂ ਸਾਹਿਬ ਜੀ ਨੇ ਬਚਨ ਕਿਹਾ, ਬਾਰਿਕ ਜਾਵੋ ਅਗਨ ਮਝਾਰਾ। ਐ ਵੀ ਬਾਰਿਕ ਬੱਚੇ, ਤੇਰੇ ਪਿਤਾ ਨੇ ਸਾਨੂੰ ਭੇਟਾ ਕਰ ਦਿੱਤਾ ਹੈ ਤੇ ਹੁਣ ਤੂੰ ਸਾਨੂੰ ਦੇ ਦਿੱਤਾ ਹੈ, ਸਾਡੇ ਕੋਲ ਆ ਗਿਆ ਹੈ। ਸਾਡੀ ਮਰਜ਼ੀ ਹੈ ਵੀ ਜੋ ਮਰਜ਼ੀ ਕਰ ਲਈਏ। ਇਸ ਕਰਕੇ ਤੂੰ ਵੀ ਅੱਗ ਵਿੱਚ ਜਿਹੜਾ ਚਲਿਆ ਜਾ। ਸੋਰਠਾ ਤਿਹ ਬਾਰਕ ਕੋ ਨਾਏ। ਉਸ ਬੱਚੇ ਦਾ ਜਿਹੜਾ ਨਾਮ ਸੀ, ਸੰਗਤੀਆ ਪਿਤ ਨ ਧਰਿਓ। ਤਰਖਾਣ ਪਿਤਾ ਨੇ ਸੰਗਤੀਆ ਰੱਖਿਆ ਹੋਇਆ ਸੀ ਇਸ ਬੱਚੇ ਦਾ ਨਾਮ, ਵੀ ਗੁਰੂ ਕੀ ਸੰਗਤ ਦਾ ਬੱਚਾ ਹੈ, ਸੰਗਤ ਵਿੱਚ ਹੀ ਸਾਰੀ ਉਮਰ ਰਹੇਗਾ। ਨਰ ਨਾਰੀ ਬਿਸਮਾਏ। ਨਰ ਨਾਰੀ ਮਾਈ ਭਾਈ ਜਿਹੜੇ ਉੱਥੇ ਖੜੇ ਸਨ, ਇਹ ਵੇਖ ਕੇ ਬੜਾ ਆਸ਼ਚਰਜ ਹੋਏ ਹੈ। ਲਖੀ ਨਾ ਗੁਰ ਗਤ ਜਾਵਈ। ਗੁਰੂ ਦੀ ਜਿਹੜੀ ਗਤ ਮਿੱਤ ਨਾ ਉਹ ਜਾਣੀ ਨਹੀਂ ਜਾ ਸਕਦੀ। ਤੁਮਰੀ ਗਤ ਮੇ ਤੁਮ ਹੀ ਜਾਣੀ। ਮਹਾਰਾਜ ਤੁਹਾਡੀ ਜਿਹੜੀ ਗਤ ਅਵਸਥਾ ਮਿੱਤ ਮਰਿਆਦਾ ਇਹ ਤੁਸੀਂ ਜਾਣਦੇ ਹੋ। ਮਨੁੱਖ ਵਿਚਾਰਾ ਕੀ ਜਾਣ ਸਕਦਾ ਹੈ। ਦੋਹਰਾ ਇਕ ਤਖਾਨ ਕੋ ਤਾਤ ਹੈ। ਲੋਕਾਂ ਨੂੰ ਕੋ ਸਤਿਗੁਰ ਜੀ ਦੀ ਮਹਿਮਾ ਜਾਣੀ ਤੇ ਗਈ ਨਹੀਂ ਤੇ ਕਹਿੰਦੇ ਵੀ ਵੇਖ ਲਓ ਇੱਕੋ ਇੱਕ ਤਰਖਾਣ ਦਾ ਪੁੱਤਰ ਹੈ ਸੀ ਇਹ ਵਿਚਾਰਾ। ਆਨ ਚੜਾਇਓ ਸੋਏ। ਉਹ ਵੀ ਉਹਨੇ ਆਣ ਕੇ ਚੜਾ ਦਿੱਤਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ। ਪਾਵਕ ਮਹਿ ਤਿਹ ਪਾਵਈ। ਤੇ ਗੁਰੂ ਸਾਹਿਬ ਉਹਨੂੰ ਅੱਗ ਦੇ ਵਿੱਚ ਪਾਉਣਾ ਚਾਹੁੰਦੇ ਐ। ਅਤ ਅਚਰਜ ਇਹ ਹੋਏ। ਆ ਬਹੁਤ ਅਚਰਜ ਵਾਲੀ ਇਹ ਗੱਲ ਹੋਈ ਹੈ ਨਾ, ਵੀ ਕਿੰਨੀ ਇਹ ਹੈਰਾਨੀ ਵਾਲੀ ਗੱਲ ਹੈ ਵੀ ਇੱਕੋ ਇੱਕ ਪੁੱਤਰ ਤਰਖਾਣ ਦਾ ਉਹ ਇਹਨੇ ਗੁਰੂ ਸਾਹਿਬ ਨੂੰ ਚੜਾ ਦਿੱਤਾ ਹੈ ਤੇ ਗੁਰੂ ਸਾਹਿਬ ਜੀ ਲੱਕੜਾਂ ਇਕੱਠੀਆਂ ਕਰ ਲਈਆਂ ਤੇ ਉਹਨੂੰ ਕਹਿ ਦਿੱਤਾ ਵੀ ਬੱਚਾ ਇਹਦੇ ਵਿੱਚ ਜਿਹੜਾ ਤੂੰ ਆਪਣੇ ਆਪ ਨੂੰ ਫੂਕ ਦੇ, ਸੜ ਜਾ। ਇਹ ਕਿਹੜੀ ਅਚਰਜ ਵਾਲੀ ਗੱਲ ਹੈ। ਮਹਾਰਾਜ ਅੱਗ ਵਿੱਚ ਪਾ ਕੇ ਸਾੜਨਾ ਚਾਹੁੰਦੇ ਹੈ। ਚੌਪਈ ਸਿਸ ਕੋ ਆਏ ਸਦੀਨੀ ਜਬਹੀ। ਜਦੋਂ ਇਹ ਬੱਚਾ ਖੜਾ ਹੈ ਤੇ ਬੜਾ ਸਿਦਕੀ ਸੀ ਇਹ ਵੀ। ਮਹਾਰਾਜ ਜੀ ਨੇ ਇਹ ਬੱਚੇ ਨੂੰ ਜਦੋਂ ਆਗਿਆ ਦਿੱਤੀ ਵੀ ਹੇ ਸੰਗਤੀਆ ਸਪੁੱਤਰ ਤੂੰ ਵੀ ਤਿਆਰ ਹੋ ਜਾ। ਸਿੱਧ ਨਾਰ ਨਾਰ ਦੇਖਾਂ ਸਭ ਹੀ। ਉਸ ਵੇਲੇ ਸਿੱਧ
ਅਚਲ ਮੰਦਰ ਤੇ ਆਏ ਹੋਏ ਲੋਕ ਮਾਈ ਭਾਈ ਸਾਰੇ ਇਹ ਦੇਖ ਰਹੇ ਸਨ। ਹਿਰਦੈ ਨਾ ਡੋਲਿਓ ਰਾਖੀ ਧੀਰਾ। ਇਹ ਹਿਰਦੇ ਵਿੱਚ ਡੋਲਿਆ ਨਹੀਂ ਹੈ ਬੱਚਾ ਸੰਗਤੀਆ, ਇਹ ਸੰਤ ਸੀ ਬਹੁਤ ਮਹਾਨ। ਇਹਦੇ 'ਚ ਡੋਲਿਆ ਨਹੀਂ, ਬੜੀ ਧੀਰਜ ਹੌਸਲਾ ਹੀ ਰੱਖਿਆ ਹੈ। ਪਾਵਕ ਕੀ ਕੁਛ ਗਣੀ ਨਾ ਪੀਰਾ। ਅੱਗ ਦੀ ਵੀ ਕੋਈ ਪੀੜ ਨਹੀਂ ਵਿਚਾਰੀ ਗਿਣੀ ਹੈ ਵੀ ਅੱਗ ਕਿੰਨੀ ਲਟ ਲਟ ਨਿਕਲ ਰਹੀ ਹੈ। ਜੇ ਮੈਂ ਵਿੱਚ ਵੜ ਗਿਆ ਬਹਿ ਗਿਆ ਤੇ ਮੈਂ ਤੇ ਸੜ ਸੜ ਕੇ ਖਤਮ ਹੋ ਜਾਵਾਂਗਾ। ਕੁਝ ਮਨ 'ਚ ਵਿਚਾਰਿਆ ਨਹੀਂ ਹੈ, ਕਿਉਂਕਿ ਧੀਰਜ ਵੀ ਰੱਖੀ ਹੈ ਵੀ ਗੁਰੂ ਸਾਹਿਬ ਮਹਾਨ ਹੈ। ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੌਂਪੀ ਹੈ, ਵੀ ਜਿਹਨੂੰ ਐਸਾ ਗੁਰੂ ਮਿਲ ਜਾਵੇ ਉਹਨੂੰ ਤਾਂ ਸਿਰ ਸੌਂਪਣਾ ਹੀ ਸੌਂਪਣਾ ਚਾਹੀਦਾ ਹੈ। ਤਾਂ ਕਰਕੇ ਹਿਰਦੇ ਡੋਲਿਆ ਨਹੀਂ ਹੈ, ਧੀਰਜ ਰੱਖੀ ਹੈ। ਅੱਗ ਵਿੱਚ ਪੈ ਕੇ ਸੜ ਕੇ ਮੱਚ ਜਾਵਾਂਗਾ, ਰਹੇਗਾ ਕੁੱਖ ਨਹੀਂ, ਇਹ ਵੀ ਨਹੀਂ ਪੀੜ ਵਿਚਾਰੀ ਹੈ। ਦੁਆਦਸ਼ ਬਰਖਨ ਬੈਸ ਕੁਮਾਰਾ। 12 ਕੁ ਸਾਲ ਦੀ ਉਮਰ ਸੀ, ਕੁਆਰ ਅਵਸਥਾ ਸੀ, ਕਿਸ਼ੋਰ ਅਵਸਥਾ ਸੀ। ਮਾਰ ਸ਼ਾਰਗਾ ਅਗਨ ਮਝਾਰਾ। ਉਸੇ ਵੇਲੇ ਗੁਰੂ ਜੀ ਦੀ ਆਗਿਆ ਸੁਣ ਕੇ ਅੱਗ ਵਿੱਚ ਛਾਲ ਮਾਰ ਕੇ ਵੜ ਗਿਆ ਹੈ। ਬੈਠ ਨਾਨਕ ਸਿਉ ਧਰ ਔਰ ਧੀਰਾ। ਬੈਠਾ ਹੀ ਰਿਹਾ ਹੈ, ਹਿਰਦੇ 'ਚ ਧੀਰਜ ਰੱਖ ਕੇ ਨਿਕਲਿਆ ਹੀ ਨਹੀਂ ਹੈ ਮੁੜ। ਪਾਵਕ ਤੇਜ ਨਾ ਛੋਹਿਓ ਸਰੀਰਾ। ਅੱਗ ਜਿਹੜੀ ਹੈ, ਹੁਣ ਅੱਗ ਵੀ ਗੁਰੂ ਦੇ ਹੱਥ ਹੀ ਹੈ ਨਾ। ਅੱਗ ਦਾ ਜਿਹੜਾ ਤੇਜ ਪ੍ਰਤਾਪ ਇਹਦੇ ਸਰੀਰ ਨੂੰ ਛੋਇਆ ਹੀ ਨਹੀਂ ਗੁਰੂ ਦੀ ਮਿਹਰ ਨਾਲ। ਤਸਕਰ ਨਹੀਂ ਡੂਬੈ ਭਾਏ ਨਾ ਸਾਕੈ ਜਾਲੈ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੈ ਜਾਲੈ। ਕੋਈ ਨਹੀਂ ਕੁਝ ਕਰ ਸਕਦਾ ਜਿੱਥੇ ਗੁਰੂ ਦਾ ਹੱਥ ਹੋਵੇ। ਸਵਾ ਜਾਮ ਬੈਠਿਓ ਜਬ ਰਹਿਓ। ਜਦੋਂ ਪੌਣੇ 4 ਘੰਟੇ ਇਹ ਅੱਗ ਵਿੱਚ ਹੀ ਬੈਠਿਆ ਰਿਹਾ। ਸਭਨ ਦੇਖ ਅਚਰਜ ਔਰ ਲਹਿਓ। ਸਾਰਿਆਂ ਨੇ ਦੇਖ ਕੇ ਹਿਰਦੇ ਵਿੱਚ ਬੜਾ ਹੀ ਅਚਰਜੀ ਲਿਆ ਹੈ, ਬੜੇ ਹੈਰਾਨੀ ਜਨ ਕੀ ਹੋਏ ਹੈ। ਪਰਮ ਪ੍ਰਸੀਦ ਭਏ ਗੁਣ ਖਾਨੀ। ਗੁਣਾਂ ਦੀ ਖਾਨ ਸਤਿਗੁਰ ਜੀ ਬਹੁਤ ਪ੍ਰਸੰਨ ਹੋਏ ਵੀ ਸਾਡਾ ਬਚਨ ਮੰਨ ਕੇ ਅੱਗ 'ਚ ਬੈਠ ਗਿਆ। ਇਹ ਬੱਚਾ ਕਿੰਨਾ ਸਿਦਕੀ ਹੈ। ਕਰਨ ਕਿਰਤਾਰਥ ਉਚਰੀ ਬਾਣੀ। ਇਸ ਨੂੰ ਨਿਹਾਲ ਸਫਲ ਕਰਨ ਵਾਸਤੇ ਮਹਾਰਾਜ ਜੀ ਨੇ ਬਾਣੀ ਬਚਨ ਕਿਹਾ। ਦੋਹਰਾ ਜਨਮ ਮਰਨ ਤੇ ਰਹਿਤ ਪਾ। ਐ ਵੀ ਸੰਗਤਿਆ ਤੂੰ ਤੇ ਜਨਮ ਮਰਨ ਤੋਂ ਰਹਿਤ ਹੋ ਗਿਆ ਹੈ ਭਾਈ। ਟੂਟ ਗਏ ਜਮ ਜਾਲ। ਜਿਹੜੇ ਜਮਾਂ ਦੇ ਜਾਲ ਫਾਏ ਉਹ ਵੀ ਤੇਰੇ ਟੁੱਟ ਗਏ, ਉਹ ਨਹੀਂ ਪੈ ਸਕਦੇ ਤੈਨੂੰ। ਨਿਕਸਾਵ ਵਹਿਰ ਕੋ। ਅਸੀਂ ਬੜੇ ਤੇਰੇ ਤੇ ਪ੍ਰਸੰਨ ਆ ਬੱਚੇ, ਤੂੰ ਬਾਹਰ ਨਿਕਲਿਆ ਹੁਣ ਤੂੰ। ਅਬ ਤੇ ਸਦਾ ਨਿਹਾਲ। ਨਿਕਲਿਆ ਤੇ ਬਾਹਰ ਤੂੰ ਆ ਜਾ। ਅੱਜ ਤੋਂ ਤੂੰ ਹੁਣ ਤੋਂ ਸਦਾ ਹੀ ਨਿਹਾਲ ਹੈ, ਤੈਨੂੰ ਕੋਈ ਦੁੱਖ ਨਹੀਂ ਲੱਗੇਗਾ। ਤੇਰੇ ਤੇ ਸਦਾ ਹੀ ਜਿਹੜੀ ਕਿਰਪਾ ਬਣੀ ਰਹੇਗੀ। ਚੌਪਈ ਸੁਨ ਤਿਉ ਸਿਸ ਕੇ ਖੁੱਲੇ ਕਪਾਟਾ। ਜਦੋਂ ਗੁਰੂ ਸਾਹਿਬ ਜੀ ਨੇ ਬਚਨ ਕਿਹਾ ਹੈ, ਸੁਣਦੇ ਹੀ ਕਹਿੰਦੇ ਇਸ ਸੰਗਤੀਆ ਬੱਚੇ ਦੇ ਕਪਾਟ ਆਸੇ ਦੇਸੇ ਦੇ 5 ਕੋਸ਼ਾਂ ਦੇ ਭਰਮ ਦੇ ਪਰਦੇ ਖੁੱਲ ਗਏ ਐ। ਦਵੈਤ ਭਰਮ ਕੇ ਸਾਂਕਰ ਕਾਟਾ। ਜਿਹੜਾ ਦਵੈਤ ਦੁਤੀਆ ਭਾਵ ਹੈ ਉਹ ਮੈਂ ਜਾਂ ਤੂੰ ਮੈਂ। ਅਦਵੈਤ ਜਿਹੜਾ ਮਾਇਆ ਨਾਲ ਪ੍ਰੇਮ ਹੈ, ਇਹ ਵੀ ਇਹਦੇ ਸੰਗਲ ਵੀ ਕੱਟੇ ਗਏ ਹੈ, ਭਰਮ ਦੇ ਸੰਗਲ ਵੀ ਕੱਟੇ ਗਏ ਹੈ। ਦੇਵ ਦ੍ਰਿਸ਼ਟ ਹੋਈ ਤ੍ਰੈਲੋਕੰ। ਤਿੰਨਾਂ ਲੋਕਾਂ ਵਿੱਚ ਗੁਪਤ ਕੀ ਹੋ ਰਿਹਾ, ਓਲੇ ਕੀ ਹੋ ਰਿਹਾ, ਇਹ ਦਿਵ ਦ੍ਰਿਸ਼ਟੀ ਹੋ ਗਈ ਹੈ। ਭਾਵ ਇਹ ਗੁਪਤ ਕੀ ਹੋ ਰਿਹਾ, ਤਿੰਨਾਂ ਲੋਕਾਂ ਵਿੱਚ ਕਿੱਥੇ ਕੀ ਹੋ ਰਿਹਾ, ਪਿੱਛੇ ਕੀ ਹੋ ਰਿਹਾ, ਅੱਖਾਂ ਤੋਂ ਪਰੋਖਾ ਕੀ ਹੋ ਰਿਹਾ, ਇਹ ਸਾਰੇ ਜਨ ਦੀ ਦ੍ਰਿਸ਼ਟੀ ਹੋ ਗਈ ਹੈ। ਤਿੰਨਾਂ ਲੋਕਾਂ ਦੀ ਗਿਆਤ ਹੋ ਗਈ ਹੈ। ਜਨਮ ਮਰਨ ਕੇ ਚੁਕੇ ਸੋਕੰ। ਜੰਮ ਕੇ ਆਉਣਾ, ਮਰ ਕੇ ਜਾਣਾ, ਜੰਮਣ ਮਰਦੇ ਗਮ ਸੋਖ ਜਿਹੜੇ ਚੁੱਕੇ ਗਏ ਖਤਮ ਹੋ ਗਏ ਹੈ। ਸ੍ਰੀ ਗੁਰ ਕਹਾ ਜਾਚ ਜੋ ਚਾਹੀ। ਗੁਰੂ ਸਾਹਿਬ ਤਰੁੱਠੇ ਹੈ, ਕਹਿੰਦੇ ਭਾਈ ਸੰਗਤੀਆ ਬੱਚੇ ਜੋ ਤੂੰ ਮੰਗਦਾ ਉਹ ਮੰਗ ਲਾ। ਦੇਵੋ ਸੋ ਅਬ ਬਿਮ ਦੇਵੋ ਸੋ ਅਬ ਬਿਲਮੰ ਨਾਹੀ। ਜੋ ਤੂੰ ਚਾਹੁੰਦਾ, ਜੋ ਤੇਰੀ ਚਾਹਨਾ ਤੂੰ ਮੰਗ ਲੈ। ਮਹਾਰਾਜ ਕਹਿੰਦੇ ਉਹ ਤੈਨੂੰ ਦੇ ਦਿਆਂਗੇ, ਕੋਈ ਦੇਰੀ ਨਹੀਂ ਲਾਵਾਂਗੇ। ਹਾਥ ਬੰਦ ਬੋਲਿਓ ਸਿਸ ਤਬ ਹੀ। ਉਹ ਸੰਗਤੀਆ ਬੱਚਾ ਦੋਵੇਂ ਹੱਥ ਜੋੜ ਕੇ ਬੋਲਿਆ, ਤੁਮਾਰੇ ਨਿਕਟ ਸਿੱਧ ਜੇ ਸਭ ਹੀ। ਮਹਾਰਾਜ ਮੈਨੂੰ ਕੀ ਚਾਹੀਦਾ, ਮੈਨੂੰ ਕੁਝ ਨਹੀਂ ਚਾਹੀਦਾ, ਜਿਹੜੇ ਆਪ ਜੀ ਦੇ ਕੋਲ ਸਿੱਧ ਹਨ ਸਾਰੇ। ਦੋਹਰਾ
इनको इनकी शक्त जो ਇਹਨਾਂ ਨੂੰ ਇਹਨਾਂ ਦੀ ਜਿਹੜੀ ਸ਼ਕਤੀ ਆਪ ਜੀ ਨੇ ਖਿੱਚੀ ਹੋਈ ਹੈ। दीजा कृपा आवास ਕਿਰਪਾ ਦੇ ਘਰ ਗੁਰੂ ਸਾਹਿਬ ਜੀ ਇਹਨਾਂ ਦੀ ਸ਼ਕਤੀ ਤੁਸੀਂ ਵਾਪਸ ਮੋੜ ਦਿਓ, ਇਹਨਾਂ ਨੂੰ ਦੇ ਦਿਓ। और जिता दीन हवा ਹੋਰ ਜੋ ਆਪ ਜੀ ਦਾ ਸਿੱਖ ਭਾਈ ਅਜਿੱਤਾ ਚੌਧਰੀ, ਉਹ ਵੀ ਬੜਾ ਸ਼ਕਤੀ ਖਿਚਵਾ ਕੇ ਦੀਨ ਮਾਣਾ ਹੋਇਆ ਪਿਆ ਹੈ। छुषे भय उदास ਅਜਿੱਤਾ ਚੌਧਰੀ ਇਹ ਸਿੱਧ ਵੀ ਸਾਰੇ ਮਹਾਰਾਜ ਸ਼ਕਤੀ ਤੋਂ ਬਿਨਾ ਖਾਲੀ ਹੋ ਗਏ, ਸਖਣੇ ਹੋ ਗਏ, ਉਪਰਾਮ ਉਦਾਸ ਜੇ ਹੋਏ ਪਏ ਹੈ। चौपाई चिंता तर हुआ का सब वासे ਦੇਖੋ ਸਤਿਗੁਰ ਜੀ ਚਿੰਤਾ ਨਾਲ ਫਿਕਰ ਨਾਲ ਵਿਆਕਲ ਹੋਏ ਬੈਠੇ ਹੋਏ ਸਾਰੇ ਸਿੱਧ ਦੇ ਜਿੱਤੇ ਹੋਣੀ। कृपन खोए दरब को जासे ਜਿਸ ਤਰ੍ਹਾਂ ਕੋਈ ਕੰਜੂਸ ਆਪਣੇ ਪੈਸਿਆਂ ਨੂੰ ਖੋ ਕੇ ਗਵਾ ਕੇ ਬੈਠ ਜਾਏ। श्री गुर कहयो शक्त दिखरावत ਗੁਰੂ ਸਾਹਿਬ ਜੀ ਨੇ ਕਿਹਾ ਵੀ ਦੇਖ ਸੰਗਤੀਆ ਬੱਚੇ, ਇਹ ਜੋ ਅਜਿੱਤਾ ਤੇ ਸਿੱਧਨਾਥ ਸਨ ਨਾ, ਇਹ ਬੜੀਆਂ ਸ਼ਕਤੀਆਂ ਤਾਕਤਾਂ ਦਿਖਾਉਂਦੇ ਸੀ। ਡੰਬ ਕਰਨ ਜਮਾਨ ਵਧਾਵਤ ਪਖੰਡ ਕਰਦੇ ਸਨ ਤੇ ਆਪਣਾ ਜਿਹੜਾ ਮਾਨ ਸਤਿਕਾਰ ਵਧਾ ਰਹੇ ਸੀ। ਦੇਨੀ ਉਚਿਤ ਅਬਾ ਨਹਿ ਇਨਕੋ ਇਸ ਕਰਕੇ ਵੀ ਇਹਨਾਂ ਨੂੰ ਹੁਣ ਉਦਾਂ ਸ਼ਕਤੀ ਦੇਣੀ ਤੇ ਯੋਗ ਹੈ ਨਹੀਂ ਹੈ। ਮਾਨ ਬਿਖਾ ਮਨ ਬੂਢਿਓ ਜਿਨ ਕੋ ਜਿਨ੍ਹਾਂ ਦਾ ਮਨ ਹੰਕਾਰ ਵਿੱਚ ਬੜਾ ਡੁੱਬਿਆ ਹੋਇਆ, ਡੁੱਬੇ ਹੋਏ ਆਪ ਵੀ। ਤੇਰੋ ਕਹਿਓ ਨਾ ਮੋਰਹ ਕਾਸੇ ਬਾਕੀ ਵੀ ਸੰਗਤੀਆ ਬੱਚੇ, ਤੂੰ ਸਾਡਾ ਕਹਿ ਨਹੀਂ ਮੋੜਿਆ, ਸੀ ਤੇਰਾ ਕਹਿ ਨਹੀਂ ਮੋੜ ਸਕਦੇ, ਜੋ ਤੂੰ ਕਿਹਾ ਕਿੱਦਾਂ ਮੋੜ ਦਈਏ। ਉਤੇ ਅਗਾਰੀ ਹੈ ਅਬਦਾਸੇ ਲੈ ਤੇਰਾ ਬਚਨ ਮੰਨ ਕੇ ਉਸੇ ਤਰ੍ਹਾਂ ਕਰ ਦੇਨੇ, ਜਿਵੇਂ ਪਹਿਲਾਂ ਸੀ ਨਾ ਸ਼ਕਤੀਆਂ ਤਾਕਤਾਂ ਵਾਲੇ, ਉਸੇ ਤਰ੍ਹਾਂ ਇਹ ਹੁਣ ਹੋ ਜਾਣਗੇ। ਸਿੱਧਨ ਯੁਤ ਅਚਰਜ ਨਰ ਨਾਰੀ ਸਿੱਧਾਂ ਦੇ ਸਮੇਤ ਹੋਰ ਜਿੰਨੇ ਉੱਥੇ ਮਾਈ ਭਾਈ ਖੜੇ ਸਨ ਬੜੇ ਅਚਰਜ ਹੋਏ ਐ। ਇਹ ਬਾਰਕ ਬਹੁ ਪਰ ਉਪਕਾਰੀ ਕਹਿੰਦੇ ਵੀ ਵੇਖ ਲੋ ਹੈ ਤੇ ਬੱਚਾ ਹੀ ਹੈ, ਪਰ ਬਹੁਤ ਵੀ ਵੱਡਾ ਪਰਉਪਕਾਰੀ, ਦੂਜਿਆਂ ਦੇ ਭਲੇ ਕਰਨ ਵਾਲਾ ਹੈ। ਬੈਸ ਅਲਪ ਮਹਿਮਾ ਅਦਕਾਏ ਉਮਰ ਛੋਟੀ ਹੈ, ਮਹਿਮਾ ਭਾਰੀ ਦੀ ਬਹੁਤੀ ਹੈ। ਸਿੱਧ ਸਰਬ ਲੀਨੇ ਬਖਸ਼ਾਏ ਜਿਸ ਨੇ ਵੇਖ ਲੋ ਸਾਰੇ ਸਿੱਧ ਨਾਥ ਅਜਿੱਤੇ ਅਰਗੇ ਗੁਰੂ ਕੇ ਸਿੱਖ ਵੀ ਬਖਸ਼ਾ ਲਏ ਹੈ, ਮਾਫੀ ਮੰਗ ਕੇ ਅੱਗੇ ਲੱਗ ਕੇ। ਦੋਹਰਾ ਭਾਈ ਸਬਨ ਮਹਿ ਸ਼ਕਤ ਪਨਾ ਫਿਰ ਉਹਨਾਂ ਸਾਰਿਆਂ ਸਿੱਧਾਂ 'ਚ ਭਾਈ ਜਿੱਤੇ ਵਿੱਚ ਉਸੇ ਤਰ੍ਹਾਂ ਸ਼ਕਤੀ ਤਾਕਤ ਆ ਗਈ ਹੋ ਗਈ ਹੈ। ਰਹੇ ਹਿਰਦੇ ਹਰ ਖਾਏ ਇਹਦੇ ਵਿੱਚ ਫਿਰ ਬੜੇ ਖੁਸ਼ ਹੋ ਗਏ। ਧੰਨ ਧੰਨ ਸ੍ਰੀ ਗੁਰ ਤੋਹੀ ਫਿਰ ਸਾਰੇ ਸਿੱਧਨਾਥ ਕਿੱਥੇ ਕਹਿੰਦੇ ਸੀ ਨਾ ਇਹ ਮਾਈ ਮੁੰਡੇ, ਹੁਣ ਕਹਿੰਦੇ ਮਹਾਰਾਜ ਤੁਸੀਂ ਧੰਨ ਹੋ, ਧੰਨ ਹੋ ਗੁਰੂ ਨਾਨਕ ਸਾਹਿਬ ਜੀ। ਮਹਿਮਾ ਕਹੀ ਨਾ ਜਾਏ ਤੁਹਾਡੀ ਮਹਿਮਾ ਵੀ ਅਪਰਪਾਰ ਹੈ, ਕਹੀ ਨਹੀਂ ਜਾ ਸਕਦੀ। ਸਾਡੇ ਪਾਸੋਂ ਕਿਸੇ ਪਾਸੋਂ ਵੀ ਤੁਹਾਡੀ ਮਹਿਮਾ ਕਹੀ ਨਹੀਂ ਜਾ ਸਕਦੀ। ਚੌਪਈ ਸਿੱਖੀ ਧਨ ਧਨ ਸਿੱਖ ਤੇਰੇ ਗੁਰੂ ਨਾਨਕ ਸਾਹਿਬ ਜੀ ਤੁਹਾਡੀ ਸਿੱਖੀ ਵੀ ਧਨ ਹੈ, ਉਹ ਸਿੱਖੀ ਨੂੰ ਕਮਾਉਣ ਵਾਲੇ ਤੁਹਾਡੇ ਸਿੱਖ ਵੀ ਧਨ ਹੈ ਭਾਈ ਸੰਗਤੀਏ ਵਰਗੇ। ਪਰਉਪਕਾਰ ਕਰਹਿ ਦੁਖ ਹੇਰੇ ਜੋ ਪਰ ਕਿਸੇ ਦੇ ਦੁੱਖ ਨੂੰ ਵੇਖ ਕੇ ਪਰਉਪਕਾਰ ਕਰਦੇ ਤੁਹਾਡੇ ਸਿੱਖ ਵੀ, ਤੇ ਆਪ ਜੀ ਵੀ ਦੂਸਰਿਆਂ ਦੇ ਦੁੱਖ ਦੇਖ ਕੇ ਜਰਦੇ ਨਹੀਂ ਹੋ, ਜਰ ਨਹੀਂ ਸਕਦੇ, ਪਰਉਪਕਾਰ ਹੀ ਕਰਦੇ ਹੋ। ਆਸ ਕਹਿ ਸਿੱਧਨ ਗਰਭ ਗਵਾਇਓ ਇਸ ਤਰ੍ਹਾਂ ਕਹਿ ਕੇ ਨਾ ਨਿਮਰਤਾ ਦੇ ਬਚਨ, ਜਿੰਨਾ ਹੀ ਹੰਕਾਰ ਸੀ ਹੰਕਾਰ ਦੀ ਜ਼ਹਿਰ ਸਾਰੇ ਸਿੱਧਾਂ ਨੇ ਗਵਾ ਦਿੱਤੀ, ਹੰਕਾਰ ਗਵਾ ਦਿੱਤਾ ਹੈ। ਬਾਹਰ ਨ ਸ੍ਰੀ ਗੁਰ ਨਿਕਟ ਜਨਾਇਓ ਫੇਰ ਨਹੀਂ ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਪਣਾ ਕਦੀ ਹੰਕਾਰ ਜਣਾਇਆ ਵੀ ਅਸੀਂ ਵੀ ਬੜੇ ਮਹਾਨ ਹੈਗੇ ਹਾਂ। ਭਾਈ ਸਾਤ ਦੁਰਮਤ ਸਭ ਨਾਸੀ ਨਿਸ਼ਚਾ ਕਰਨਾ, ਗੁਰੂ ਦੇ ਉਪਦੇਸ਼ ਤੇ ਬਚਨਾਂ ਤੇ ਪੂਰੇ ਰਹਿਣਾ, ਇਹ ਇਹਨਾਂ ਨੂੰ ਸ਼ਾਂਤੀ ਹੋ ਆਈ ਹੈ। ਖੋਟੀ ਮਤ ਸਭ ਨਾਸ ਹੋ ਗਈ ਹੈ। ਪੁਰਖ ਤੁਮ ਹੋ ਅਵਨਾਸ ਕਹਾ ਪੁਰਖ ਤੁਮ ਹੋ ਅਵਨਾਸੀ ਉਹ ਕਹਿੰਦੇ ਸੀ ਮਾਈ ਮੁੰਡੇ ਇੱਦਾਂ ਗਾਲਾਂ ਜੀਆਂ ਕੱਢਦੇ ਸੀ ਨਾ ਇਹ, ਤੇ ਇਹਨਾਂ ਦੀ ਗਾਲ ਹੈ ਸਿੱਧਾ ਨਾਥਾਂ ਦੀ ਮਾਈ ਮੁੰਡੇ ਕਹਿਣਾ। ਹੁਣ ਕਹਿੰਦੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੁਸੀਂ ਦੇ ਅਕਾਲ ਪੁਰਖ ਹੋ,
ਨਾਸਤੋ ਰਹਿਤ ਅਬਿਨਾਸੀ ਹੋ ਜੀ। ਉਸਤਤ ਕਰ ਕੈ ਅਨਕ ਪ੍ਰਕਾਰਾ। ਅਨੇਕਾਂ ਤਰ੍ਹਾਂ ਨਾਲ ਹੀ ਗੁਰੂ ਸਾਹਿਬ ਜੀ ਦੀ ਮਹਿਮਾ ਵਡਿਆਈ ਉਸਤਤ ਕਰਕੇ ਪਨ ਭੂਜਨ ਹਿਤ ਬਚਨ ਉਚਾਰਾ। ਗੁਰੂ ਸਾਹਿਬ ਜੀ ਨੂੰ ਪੁੱਛਣ ਵਾਸਤੇ ਨਾ ਬਚਨ ਕਿਹਾ। ਕੇਤਿਕ ਸ਼ਕਤ ਤੁਮਾਰੇ ਮਾਹੀ। ਕਿੰਨੀ ਕੁ ਸ਼ਕਤੀ ਹੈ ਤੁਹਾਡੇ ਵਿੱਚ। ਕਾਹੋ ਤਪਾ ਜੀ ਹਮਾਰੇ ਪਾਹੀ। ਹੇ ਗੁਰੂ ਨਾਨਕ ਸਾਹਿਬ ਤਪਾ ਜੀ ਉਹ ਸਾਡੇ ਪਾਸ ਤੁਸੀਂ ਕਹੋ ਦੱਸੋ ਕਿੰਨੀ ਕੁ ਸ਼ਕਤੀ ਹੈ ਤੁਹਾਡੇ ਵਿੱਚ। ਅਪਰਨ ਤੁਮਰੇ ਸਮਸਰ ਦੇਖਾ। ਕਿਉਂਕਿ ਅਸਾਂ ਨੇ ਮਾਤ ਲੋਕ ਤੇ ਬ੍ਰਹਮੰਡਾਂ ਤੱਕ ਆਕਾਸ਼ਾਂ ਪਤਾਲਾਂ ਵਿੱਚ ਤੁਹਾਡੇ ਬਰਾਬਰ ਦਾ ਤਾਕਤ ਵਾਲਾ ਹੋਰ ਨਹੀਂ ਦੇਖਿਆ। ਸਭ ਤੇ ਤੁਮ ਹੋ ਪੁਰਖ ਵਿਸੇਖਾ। ਸਾਰਿਆਂ ਮਹਾਨ ਪੁਰਖਾਂ ਵਿੱਚੋਂ ਤੁਸੀਂ ਵੱਡੇ ਮਹਾਨ ਪੁਰਖ ਹੋ ਤਾਕਤ ਵਾਲੇ। ਦੋਹਰਾ ਗੁਰੂ ਭਨਿਓ ਸਤਨਾਮ ਕੀ। ਗੁਰੂ ਸਾਹਿਬ ਜੀ ਨੇ ਕਿਹਾ ਹੈ ਸਿੱਧੋ ਜੋ ਸਤਨਾਮ ਵਾਹਿਗੁਰੂ ਦੀ ਵਡਿਆਈ ਵਡ ਜਾਣਾ। ਜੋ ਸਤਨਾਮ ਵਾਹਿਗੁਰੂ ਦੀ ਵਡਿਆਈ ਨਾ ਉਹ ਤੁਸੀਂ ਵੱਡੀ ਜਾਣ ਲਓ। ਵਾਹਿਗੁਰੂ ਨਾਮ ਦੀ ਵਡਿਆਈ ਬਹੁਤ ਵੱਡੀ ਹੈ। ਏਕੰਕਾਰ ਆਕਾਰ ਪ੍ਰਭ। ਜੋ ਇੱਕ ਓੰਕਾਰ ਪਰਮੇਸ਼ਰ ਪ੍ਰਭੂ ਹੈ। ਪੂਰਨ ਕਿਰਪਾ ਨਿਦਾਨ। ਉਹ ਪਰਿਪੂਰਨ ਹੈ ਕਿਰਪਾ ਦਾ ਖਜ਼ਾਨਾ। ਉਹਦਾ ਨਾਮ ਵੀ ਮਹਾਨ ਹੈ ਵੱਡੀ ਵਡਿਆਈ। ਉਸ ਮਾਲਕ ਦੀ ਜਾਣ ਉਹਦੇ ਨਾਮ ਦੀ ਵਡਿਆਈ ਵੱਡੀ ਜਾਣੋ ਕਿਉਂਕਿ ਉੱਚੇ ਉੱਪਰ ਉੱਚਾ ਨਾਉ ਹੈ। ਚੌਪਈ ਜੇ ਵਡ ਸਾਹਿਬ ਤੇ ਵਡ ਦਾਤਾ। ਇਹ ਸਿੱਧੋ ਜਿੱਡਾ ਵੱਡਾ ਸਾਹਿਬ ਪਰਮੇਸ਼ਰ ਵਾਹਿਗੁਰੂ ਹੈ ਉਹ ਉਤਨੀ ਵੱਡੀ ਉਹਦੀ ਦਾਤ ਹੈ। ਜੇ ਵਡਾਬ ਤੇਵਡ ਤੇਰੀ ਦਾਤ। ਕਬਹੁ ਪਾਰ ਨਾ ਪਾਇਓ ਜਾਤ। ਉਸ ਵਾਹਿਗੁਰੂ ਦਾ ਵੀ ਕਦੇ ਪਾਰਾਵਾਰ ਅੰਤ ਨਹੀਂ ਪਾਇਆ ਜਾ ਸਕਦਾ ਤੇ ਉਹਦੀ ਤਾਕਤ ਦਾ ਵੀ ਪਾਰਾਵਾਰ ਪਾਇਆ ਨਹੀਂ ਜਾਂਦਾ। ਕਰਨਾ ਮੈਂ ਨਿਤ ਜੋਤ ਸਰੂਪੰ। ਕਰਨਾ ਮੈਂ ਦਇਆ ਸਰੂਪ ਹੈ ਹਮੇਸ਼ਾ ਹੀ ਜੋਤੀ ਸਰੂਪ ਹੈ ਪਰਮੇਸ਼ਰ। ਸਭ ਬਿਦ ਸ੍ਰੀ ਕਰਤਾਰ ਅਨੂਪੰ। ਜੋ ਸ਼੍ਰੋਮਣੀ ਕਰਤਾਰ ਵਾਹਿਗੁਰੂ ਹੈ ਸਭ ਤਰ੍ਹਾਂ ਨਾਲ ਉਪਮਾ ਤੋਂ ਰਹਿਤ ਬੜਾ ਸੁੰਦਰ ਮਹਾਨ ਹੈ। ਕਿਰਪਾ ਦ੍ਰਿਸ਼ਟ ਦੇਖਤ ਹੈ ਜਾ ਕੋ। ਇਹ ਸਿੱਧੋ ਜਿਨ੍ਹਾਂ ਉੱਪਰ ਉਹ ਵਾਹਿਗੁਰੂ ਕਿਰਪਾ ਦੀ ਦ੍ਰਿਸ਼ਟੀ ਨਾਲ ਦੇਖਦਾ ਹੈ। ਦਾਨ ਨਾਮ ਕੋ ਦੇਵਤ ਤਾ ਕੋ। ਉਹਨਾਂ ਨੂੰ ਨਾਮ ਦਾ ਦਾਨ ਦੇ ਦਿੰਦਾ ਹੈ। ਨਾਨਕ ਨਦਰੀ ਨਦਰ ਨਿਹਾਲ ਨਿਹਾਲੋ ਨਿਹਾਲ ਕਰ ਦਿੰਦਾ ਨਦਰੀ ਪਰਮੇਸ਼ਰ। ਮਾਨ ਮਾਨ ਸਤੇ ਛੁਟ ਜਾਹੀ। ਜਿਨ੍ਹਾਂ ਨੂੰ ਉਹ ਨਾਮ ਦਾਨ ਦੇ ਦਿੰਦਾ ਉਹਨਾਂ ਦਾ ਜਿਹੜਾ ਉਹਨਾਂ ਦਾ ਮਾਣ ਹੈ ਹੰਕਾਰ ਤੇ ਉਹ ਛੁੱਟ ਜਾਂਦਾ ਹੈ। ਇਸ ਤਰ੍ਹਾਂ ਵੀ ਮਾਣ ਸਤਿਕਾਰ ਦੀ ਜਿਹੜੀ ਭੁੱਖ ਹੈ ਉਹ ਸਤਿਕਾਰ ਅਮਾਨ ਜਿਹੜਾ ਨਿਰਾਦਰ ਕੋਈ ਕਰ ਦਿੰਦਾ ਹੈ ਉਹ ਤੇ ਗੁੱਸਾ ਆਉਂਦਾ ਹੈ। ਇਹ ਨਿਰਾਦਰ ਤੇ ਸਤਿਕਾਰ ਦੋਵੇਂ ਸੁੱਤੇ ਸੇਧੀ ਉਹਨਾਂ ਦੇ ਛੁੱਟ ਜਾਂਦੇ ਹੈ। ਸੁਖ ਕੈ ਸਹਤ ਪਰਮ ਪਦ ਪਾਹੀ। ਉਹ ਬੜੇ ਆਤਮਿਕ ਸੁਖ ਦੇ ਨਾਲ ਹੋ ਕਰਕੇ ਗਿਆਨ ਦੇ ਸੁਖ ਦੇ ਸਹਿਤ ਹੋ ਕਰਕੇ ਪਰਮ ਪਦਵੀ ਉੱਚ ਮਹਾਨ ਪਦਵੀ ਕੇਵਲ ਮੁਕਤੀ ਪਾ ਲੈਂਦੇ ਐ। ਸਤਿਗੁਰ ਕੀ ਵੱਡੀ ਵਡਿਆਈ। ਹੇ ਭਾਈ ਹੇ ਭਾਈ ਹੇ ਮਾਈ ਭਾਈ ਤੇ ਹੇ ਸਿੱਧੋ ਸਤਿਗੁਰ ਦੀ ਬੜੀ ਵੱਡੀ ਵਡਿਆਈ ਹੈ। ਭੇਦ ਪਾਰ ਨਹਿ ਪਾਇਓ ਜਾਈ। ਉਸ ਵਾਹਿਗੁਰੂ ਦਾ ਭੇਦ ਵੀ ਨਹੀਂ ਪਾਇਆ ਜਾ ਸਕਦਾ। ਉਹਦਾ ਪਾਰਾਵਾਰ ਪਾਰਲਾ ਪਾਸਾ ਨਹੀਂ ਪਾਇਆ ਜਾ ਸਕਦਾ। ਇਸੇ ਤਰ੍ਹਾਂ ਸਤਿਗੁਰੂ ਦੇ ਜਿਹੜਾ ਨਾਮ ਹੈ ਉਹਦਾ ਨਾਮ ਦਾ ਭੇਦ ਨਹੀਂ ਪਾਇਆ ਜਾ ਸਕਦਾ। ਨਾਮ ਦਾ ਪਾਰਲਾ ਪਾਸਾ ਨਹੀਂ ਪਾਇਆ ਜਾ ਸਕਦਾ। ਬੇਅੰਤ ਬੇਅੰਤ ਹੈ ਨਾਮ। ਇਸ ਬਿਦ ਕਹਿ ਕਰ ਕਿਰਪਾ ਨਿਧਾਨਾ। ਇਸ ਤਰ੍ਹਾਂ ਕਹਿ ਕਰਕੇ ਕਿਰਪਾ ਦੇ ਖਜ਼ਾਨੇ ਮਹਾਰਾਜ 301 ਸ਼ਲੋਕ ਬਖਾਨਾ। ਵਾਹਿਗੁਰੂ ਦੀ ਵਡਿਆਈ ਕਰਦੇ ਹੋਏ ਸਿੱਧਾਂ ਦੇ ਪਰਥਾਏ ਬੋਲਦੇ ਹੋਏ ਮਹਾਰਾਜ ਨੇ ਇੱਕ ਸ਼ਲੋਕ ਜਿਹੜਾ ਕਥਨ ਕੀਤਾ। ਸ਼ਲੋਕ ਮਹੱਲਾ ਪਹਿਲਾ। ਪਹਿਰਾ ਅਗਨ ਹਿਰਾ ਕਰ ਬਾਧਾ। ਮਹਾਰਾਜ ਸ਼ਲੋਕ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਹੈ ਸਿੱਧੋ ਉਹ ਵਡਿਆਈ ਪਰਮੇਸ਼ਰ ਦੀ ਕੀ ਦੱਸੀਏ ਵੀ ਉਹਦੀ ਦਾਤਾਂ ਕਿੰਨੀਆਂ ਵੱਡੀਆਂ ਹੈ। ਉਹ ਕੈਸਾ ਮਾਲਕ ਕਿੰਨਾ ਵੱਡਾ ਹੈ। ਕਿੱਥੋਂ ਕੁ ਤੱਕ ਉਹਦਾ ਬਿਆਨ ਕਰੀਏ ਸੱਚੇ ਦੀ ਵਡਿਆਈ ਦੀ। ਉਹਦੀ ਵਡਿਆਈ ਦਾ ਅੰਤ ਕੋਈ ਨਹੀਂ ਹੈ। ਜੇ ਅਸੀਂ ਹੇ ਸਿੱਧੋ ਇਵੇਂ ਕਰ ਲਈਏ ਵੀ ਪਹਿਰਾ ਅਗਨ
ਅੱਗ ਦੇ ਜਿਹੜੇ ਕੱਪੜੇ ਸਰੀਰ 'ਤੇ ਪਾ ਲਈਏ, ਭਾਵ ਅੱਗ ਹੀ ਜਿਹੜੀ ਹੈ ਸਰੀਰ 'ਤੇ ਪੈਰ ਲਈਏ। ਹਿਵੈ ਘਰ ਬਾਧਾ, ਜਿਹੜਾ ਹਿਵੈ ਬਰਫ ਦਾ ਘਰ ਕੀ ਹੈ, ਹਿਮਾਲਾ ਪਰਬਤ। ਹਿਮਾਲਾ ਪਰਬਤ ਤੇ ਉੱਪਰ ਘਰ ਬਣ ਲਈਏ, ਹਿਵੈ ਘਰ ਬਰਫ ਦਾ ਹੀ ਘਰ ਬਣ ਲਈਏ ਹਿਮਾਲੇ ਪਰਬਤ ਉੱਪਰ। ਭੋਜਨ ਸਾਰ ਕਰਾਈ। ਫਿਰ ਭੋਜਨ ਜਿਹੜਾ ਹੈ ਉਹ ਕਿ ਰੋਟੀਆਂ ਦਾ ਫਲਾਂ ਦਾ ਨਹੀਂ, ਜਿਹੜਾ ਸਾਰ ਲੋਹਾ ਹੈ ਬੜਾ ਸਖਤ ਸ੍ਰੇਸ਼ਟ ਵਧੀਆ ਲੋਹਾ, ਜਿਹੜਾ ਕਦੀ ਕੱਟਿਆ ਨਹੀਂ ਜਾਂਦਾ, ਛੇਤੀ ਢਲਦਾ ਨਹੀਂ ਹੈ। ਸ੍ਰੇਸ਼ਟ ਲੋਹੇ ਦਾ ਭੋਜਨ ਆਪ ਕਰੀਏ ਤੇ ਹੋਰਾਂ ਪਾਸੋਂ ਕਰਵਾ ਦਈਏ। ਸਗਲੇ ਦੁਖ ਪਾਣੀ ਕਰ ਪੀਵਾ। ਜਿੰਨੇ ਦੁੱਖ ਹੈ ਸੰਸਾਰ ਦੇ ਉੱਪਰ ਉਹ ਸਾਰੇ ਦੁੱਖਾਂ ਨੂੰ ਪਾਣੀ ਕਰਕੇ ਪੀ ਲਈਏ, ਛਕ ਲਈਏ। ਧਰਤੀ ਹਾਕ ਚਲਾਈ। ਤੇ ਜਿਹੜੀ ਧਰਤੀ ਹੈ, ਜਿਵੇਂ ਕੋਈ ਡੰਗਰ ਨੂੰ ਹੱਕ ਕੇ ਚਲਾ ਲਈਦਾ, ਹਿੱਕ ਕੇ ਗਾਂਹ ਨੂੰ ਚਲਾ ਲਈਦਾ, ਇਵੇਂ ਸਾਰੀ ਧਰਤੀ ਨੂੰ ਹੱਕ ਕੇ ਹਿੱਕ ਕੇ ਚਲਾ ਲਈਏ, ਤੋਰ ਲਈਏ ਅੱਗੇ ਲਾ ਕੇ। ਧਰਤਾ ਰਾਜੀ ਅੰਬਰ ਤੋਲੀ। ਰਾਜੀ ਤੱਕੜੀ ਵਿੱਚ ਰੱਖ ਕੇ ਆਕਾਸ਼ ਨੂੰ ਤੇ ਤੋਲ ਲਈਏ। ਪਿੱਛਾ ਟਾਂਕ ਚੜਾਈ। ਪਿੱਛੇ ਜਿਹੜਾ 4.5 ਮਾਸਿਆਂ ਦਾ ਜਾਂ 3.5 ਮਾਸਿਆਂ ਦਾ ਜਿਹੜਾ ਟੰਕ ਵੱਟੇ ਚੜਾ ਕੇ ਇੰਨੇ ਛੋਟੇ ਵੱਟੇ ਨਾਲ ਆਕਾਸ਼ ਹੀ ਜਿਹੜਾ ਤੱਕੜੀ ਵਿੱਚ ਪਾ ਕੇ ਤੋਲ ਦਈਏ। ਇਹ ਵੱਡ ਵਦਾ ਮਾਵਾ ਨਹੀਂ। ਫਿਰ ਇੰਨਾ ਵੱਡਾ ਇੰਨੇ ਵੱਡੇ ਵੱਧ ਜਾਈਏ, ਸਰੀਰ ਨੂੰ ਵਧਾ ਲਈਏ, ਮਾਵਾ ਨਹੀਂ ਵੀ ਸਮਾਈਏ ਹੀ ਨਾ। ਇੱਕ ਤੇ ਹੁੰਦਾ ਨਾ ਵੀ ਜਿੱਦਾਂ ਭਗਵਾਨ ਵਿਸ਼ਨੂੰ ਜੀ ਨੇ ਬਾਮਣ ਰੂਪ ਵਿੱਚ ਵੀ ਉਹ 2.5 ਕਰਮਾਂ ਵਿੱਚ ਹੀ ਸਾਰਾ ਕੁਝ ਮਿਲ ਲਿਆ ਸੀ ਬਲ ਰਾਜੇ ਦੇ ਸਮੇਤ, ਪਰ ਫਿਰ ਵੀ ਉਹ ਮਿੰਤੀ ਵਿੱਚ ਹੈਗੇ ਸੀ, ਭਾਵ ਉਹਨਾਂ ਦਾ ਸਰੀਰ ਦਾ ਕੋਈ ਅੰਤ ਹੈਗਾ ਸੀ। ਮਹਾਰਾਜ ਇੱਥੇ ਕਹਿ ਰਹੇ ਵੀ ਇੰਨਾ ਵੱਡਾ ਸਰੀਰ ਵਧਾ ਲਈਏ, ਆਕਾਸ਼ਾਂ ਪਤਾਲਾਂ ਵਿੱਚ ਵੀ ਸਮਾਈਏ ਹੀ ਨਾ। ਸਭ ਸਾ ਨਾਥ ਚਲਾਈ। ਫਿਰ ਸਾਰੇ ਆਕਾਸ਼ਾਂ ਪਤਾਲਾਂ ਵਿੱਚ ਵਸਦੇ ਜੀਵ ਜੰਤੂਆਂ ਨੂੰ ਹੁਕਮ ਰੂਪੀ ਨੱਥ ਪਾ ਕੇ ਚਲਾਈਏ, ਆਪਣੇ ਹੁਕਮ ਵਿੱਚ ਹੀ ਚਲਾਈਏ ਰੱਖੀਏ। ਏਤਾ ਤਾਣ ਹੋਵੇ ਮਨ ਅੰਦਰ। ਇਹ ਸਿੱਧੋ ਇੰਨਾ ਬਲ ਹੋਵੇ ਸਰੀਰ ਦੇ ਅੰਦਰ ਤੇ ਮਨ ਦੇ ਅੰਦਰ ਵੀ। ਕਰੀ ਪੇ ਆਖ ਕਰਾਈ। ਇੰਨਾ ਬਲ ਹੋਵੇ ਵੀ ਆਪ ਵੀ ਇੰਨੇ ਬਲ ਦੇ ਨਾਲ ਸਭ ਕੁਝ ਕਰੀ ਜਾਈਏ ਤੇ ਆਖ ਕਰਾਈ, ਆਖ ਕੇ ਦੂਜਿਆਂ ਪਾਸੋਂ ਵੀ ਕਰਾ ਲਈਏ। ਜਿਵੇਂ ਭਾਈ ਮਰਦਾਨਾ ਜੀ ਨੂੰ ਕਹਿ ਕੇ ਕਈ ਕਾਰਜ ਸਤਿਗੁਰੂ ਜੀ ਨੇ ਕਰਾਏ, ਉਹ ਹਾਥੀ ਵੀ ਜਵਾਇਆ ਸੀ। ਜੇ ਵਡ ਸਾਹਿਬ ਤੇ ਵਡ ਦਾਤੀ। ਇਹ ਸਿੱਧੋ ਜਿੱਡਾ ਵੱਡਾ ਸਾਹਿਬ ਪਰਮੇਸ਼ਰ ਹੈ, ਉਤਨੀ ਵੱਡੀ ਉਹਦੀ ਦਾਤ ਹੈ। ਦੇ ਦੇ ਕਰੇ ਰਜਾਈ। ਦੇ ਦੇ ਕਰੇ ਰਜਾਈ, ਦੇ ਦੇ ਕੇ ਜੀਵਾਂ ਨੂੰ ਰਜਾਈ ਕਰੀਏ ਤ੍ਰਿਪਤ ਕਰੀ ਜਾਂਦਾ ਹੈ। ਆਗਿਆ ਦੇ ਦੇ ਕੇ, ਆਪਣੀ ਆਗਿਆ ਦੇ ਦੇ ਕੇ ਤੇ ਸਾਰੇ ਪਦਾਰਥ ਦੇਈ ਜਾਂਦਾ ਤੇ ਤ੍ਰਿਪਤ ਕਰੀ ਜਾਂਦਾ ਹੈ। ਨਾਨਕ ਨਜ਼ਰ ਕਰੇ ਜਿਸ ਉੱਪਰ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਸ ਉੱਪਰ ਪਰਮੇਸ਼ਰ ਆਪਣੀ ਕਿਰਪਾ ਦੀ ਦ੍ਰਿਸ਼ਟੀ ਮਿਹਰ ਨਜ਼ਰ ਕਰੇ, ਸੱਚ ਨਾਮ ਵਡਿਆਈ। ਉਹਨਾਂ ਨੂੰ ਸੱਚੇ ਨਾਮ ਦੀ ਵਡਿਆਈ ਪ੍ਰਾਪਤ ਹੁੰਦੀ, ਉਹ ਨਾਮ ਦੇ ਅਭਿਆਸੀ ਬਣਦੇ ਆ ਸਿੱਧੋ। ਦੋਹਰਾ ਇਹ ਸਲੋਕ ਸੁਣ ਕਾ ਸਭ। ਇਹ ਸ਼ਲੋਕ ਸੁਣ ਕੇ ਸਾਰੇ ਹੀ ਸਿੱਧ ਤੇ ਲੋਕ ਜਿਹੜੇ ਆਏ ਹੋਏ ਸੀ, ਸਿੱਧਨ ਸਤ ਕਰਮਾਨ। ਸਿੱਧਾਂ ਨੇ ਸਤ ਕਰਕੇ ਬਚਨ ਮੰਨਿਆ। ਮਹਾਰਾਜ ਸਤ ਬਚਨ ਹੈ, ਸਤ ਬਚਨ ਹੈ, ਸਾਚੀ ਹੈ ਸਭ ਕੁਝ। ਗੋਰਖ ਗੋਰਖਾਦ ਗੋਰਖਾਦ ਤੇ ਦੀਨ ਹੋਇਆ। ਗੋਰਖਨਾਥ ਤੋਂ ਆਦ ਲੈ ਕੇ ਜਿਹੜੇ ਸ਼ੰਭੂਨਾਥ ਹੋਰ ਜਿਹੜੇ ਸਨ ਆਦਿ ਉੱਡਣ ਵਾਲੇ, ਝੰਗਰ ਲੰਗਰ ਊਰਮ ਧੂਰਮ, ਇਹ ਮਛੰਦਰ ਨਾਥ ਸਾਰੇ ਬੜੇ ਦੀਨ ਮਾਣੇ ਹੋ ਕੇ ਬੰਦੇ ਜੋਰਤ ਪਾਨ। ਆਪਣੇ ਦੋਵੇਂ ਹੱਥ ਜੋੜ ਜੋੜ ਕੇ ਤੇ ਮਹਾਰਾਜ ਨੂੰ ਮੱਥੇ ਟੇਕਣ ਲੱਗੇ। ਚੌਪਈ ਅਪਰ ਸਿੱਧ ਸਭ ਬਿਨਾ ਅਲਾਵਾ। ਹੋਰ ਜਿੰਨੇ ਸਿੱਧ ਸਨ ਉਹਦੇ ਸਾਰੇ ਬੇਨਤੀਆਂ ਹੀ ਕਹਿੰਦੇ ਮਹਾਰਾਜ ਨੂੰ, ਸੱਚਾ ਪਾਤਸ਼ਾਹ ਭੁੱਲ ਹੋ ਗਈ, ਗਲਤੀ ਹੋ ਗਈ ਸਾਡੇ ਕੋਲ। ਭੰਗਰ ਨਾਥ ਨਾ ਸੀਸ ਨਿਵਾਵਾ। ਭੰਗਰ ਨਾਥ ਕੋਈ ਜ਼ਿਆਦਾ ਜ਼ਹਿਰੀਲਾ ਸੱਪ ਹੈ, ਜਿਵੇਂ ਜ਼ਹਿਰੀਲਾ ਸੱਪ ਗਰਦਨ ਠਾਹ ਨਹੀਂ ਨਾ ਸੁੱਟਦਾ,
ਜਾਂ ਕੋਈ ਸੁੱਕਾ ਬ੍ਰਿਸ਼ ਹੋਵੇ ਤਾਂ ਉਹ ਝੁਕਦਾ ਨਹੀਂ ਹੈ। ਉਹਦੀ ਟਾਹਣੀਆਂ ਤੋੜੀਏ ਕੜਕ ਕੜਕ ਕਰਕੇ ਟੁੱਟਦੀਆਂ ਟਾਹਣੀਆਂ, ਪਰ ਝੁਕਣਾ ਨੂੰ ਮਨਜ਼ੂਰ ਨਹੀਂ ਹੁੰਦਾ। ਜਿਵੇਂ ਭੰਗਰ ਨਾਥ ਬੜਾ ਹੰਕਾਰੀ, ਇਹਨੇ ਨਹੀਂ ਕਹਿੰਦੇ ਸੀਸ ਨਵਾਇਆ। ਇਸ ਬਿਦ ਬਚਨ ਕਹਿਤ ਪਾਤ ਬਹੀ। ਤਦੋਂ ਦੂਜਿਆਂ ਸਿੱਧਾਂ ਵੱਲ ਵੇਖ ਨਾ ਅੱਖਾਂ ਦੀਆਂ ਕੱਢ ਕੇ ਦੇ ਇਸ ਤਰ੍ਹਾਂ ਬਚਨ ਕਹਿੰਦਾ ਹੈ। ਪਛਮ ਸੁਰ ਸਰ ਬਹੀ ਨਾ ਕਬਹੀ। ਓਏ ਸੁਣੋ ਸਾਰੇ। ਤੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਜੀ, ਆੜੀ ਪੱਛਮ ਦਿਸ਼ਾ ਨਾ ਲੈਂਦੀ ਤਰਫ ਗੰਗਾ ਥੋੜ੍ਹਾ ਭਲਾ ਕਦੀ ਬਹਿੰਦੀ, ਉਹਦੇ ਚੜ੍ਹਦੀ ਤਰਫ ਹੀ ਬਹਿੰਦੀ ਹੈ ਗੰਗਾ। ਤੇ ਜੇ ਮੰਨ ਲਓ ਵੀ ਗੰਗਾ ਲੈਂਦੀ ਤਰਫ ਬਹਿ ਵੀ ਜਾਵੇ, ਕਹਿੰਦਾ ਮੈਂ ਤੇ ਫਿਰ ਵੀ ਮੱਥਾ ਨਹੀਂ ਟੇਕਾਂਗਾ ਗੁਰੂ ਨਾਨਕ ਸਾਹਿਬ ਜੀ। ਸਤ ਨਾ ਪਰਾ ਅਸਤ ਨਾ ਪਰਾਚੇ ਸਵਿਤਾ ਭਇਓ। ਅਸਤ ਪੂਰਬ ਦਿਸ਼ਾ ਵੱਲ, ਕਹਿੰਦੇ ਵੀ ਅਸਤ ਪਰਾਚੀ, ਅਸਤ ਨਾ ਪਰਾਚੀ, ਵੀ ਚੜ੍ਹਦੀ ਤਰਫ ਸੂਰਜ ਕਦੀ ਥੋੜ੍ਹਾ ਛਿਪਿਆ ਹੈ। ਇੱਧਰ ਥੋੜ੍ਹੀ ਉਹ ਛੁਪਦਾ ਹੈ, ਸੂਰਜ ਡੁੱਬਦਾ ਨਹੀਂ ਹੈ। ਚੜ੍ਹਦੀ ਤਰਫ ਉੱਧਰ ਤੇ ਚੜ੍ਹਦਾ ਹੈ ਅਤੇ ਡੁੱਬਦਾ ਕਿੱਧਰ ਪੱਛਮ ਵੱਲ ਜਾ ਕੇ। ਅਤੇ ਇਹ ਕਹਿੰਦਾ ਵੀ ਜੇ ਉਹ ਸੂਰਜ ਆ ਪੱਛਮ ਵੱਲੋਂ ਚੜ੍ਹ ਕੇ ਅਤੇ ਡੁੱਬ ਜਾਏ ਨਾ ਵੀ ਇੱਧਰ ਚੜ੍ਹਦੀ ਤਰਫ, ਮੈਂ ਫਿਰ ਵੀ ਮੱਥਾ ਨਹੀਂ ਟੇਕਾਂਗਾ। ਧਾਰ ਪੰਖ ਨਹ ਮੇਰ ਉਡਿਓ। ਅੱਜ ਤੱਕ ਜਿਹੜਾ ਸਮੇਰ ਪਰਬਤ ਕਰੀ ਆਪਣੇ ਆਪ ਨੂੰ ਖੰਭ ਲਾ ਕੇ ਪੰਛੀਆਂ ਵਾਂਗ ਨਹੀਂ ਉੱਡਿਆ। ਹਮ ਹੈ ਸਿੱਧ ਜੇ ਗ੍ਰਸਤ ਅਗਾਰੀ। ਇਸ ਤਰ੍ਹਾਂ ਕਹਿੰਦਾ ਇਹ ਸਿੱਧੋ, ਅਸੀਂ ਸਿੱਧ ਹਾਂ ਸਿੱਧ। ਅਤੇ ਆਹ ਜਿਹੜੇ ਗੁਰੂ ਨਾਨਕ ਸਾਹਿਬ ਹੈ ਗ੍ਰਸਤੀ ਬਾਲ ਬੱਚਿਆਂ ਵਾਲੇ, ਇਹਨਾਂ ਦੇ ਅੱਗੇ ਨਮੋ ਕਰੈ ਅਸਮੰਜਸ ਭਾਰੀ। ਨਮਸਕਾਰ ਕਰਾਂ ਮੈਂ ਸੀਸ ਨਵਾਦਾ, ਇਹ ਤੇ ਬੜੀ ਅਯੋਗ ਗੱਲ ਹੈ, ਅਣਬਣ ਗੱਲ ਹੈ, ਭਾਰੀ। ਇਹ ਨਹੀਂ ਹੋ ਸਕਦੀ, ਅਸੰਭਵ ਹੈ। ਉੱਡਿਓ ਆਕਾਸ਼ ਵਿਖਿਆ ਕਹਾਸੇ। ਇਸ ਤਰ੍ਹਾਂ ਕਹਿ ਕੇ ਨਾ ਹੰਕਾਰੀ ਜੇ ਬਚਨ ਆਕਾਸ਼ ਵਿੱਚ ਫਿਰ ਉੱਡ ਪਿਆ ਏ। ਜਾਤ ਬਿਹੰਗ ਯੁਤ ਬਲ ਕੇ ਜਾਸੇ। ਜਿਸ ਤਰ੍ਹਾਂ ਪੰਛੀ ਆਪਣੇ ਬਲ ਦੇ ਸਹਿਤ ਆਕਾਸ਼ ਵਿੱਚ ਉੱਡਦਾ ਜਾਂਦਾ, ਇਵੇਂ ਉੱਡੀ ਜਾਂਦਾ ਆਕਾਸ਼ ਵਿੱਚ। ਸ੍ਰੀ ਨਾਨਕ ਲਖ ਗਰਭ ਸਮੇਤਾ। ਗੁਰੂ ਸਾਹਿਬ ਜੀ ਨੇ ਜਾਣ ਲਿਆ ਵੀ ਇਹ ਹੰਕਾਰ ਦੇ ਸਮੇਤ, ਜੇ ਹੰਕਾਰ ਇਹਦਾ ਲੱਥਾ ਨੀਗਾ ਲੱਗਦਾ। ਕਾਸ ਉਡਾਈ ਖੋਵਨ ਹੇਤਾ। ਇਹਦੇ ਹੰਕਾਰ ਨੂੰ ਨਾਸ ਕਰਨ ਵਾਸਤੇ ਮਹਾਰਾਜ ਜੀ ਨੇ ਆਪਣੀ ਖੜਾਂ ਜਿਹੜੀ ਚਰਨ ਦੀ ਉਹ ਉਡਾਈ ਹੈ। ਫਿਰ ਤਾਂ ਨੂੰ ਲੱਗੀ ਜਾਏ ਕਾ ਸੀਸ ਮਝਾਰੀ। ਇਹ ਉੱਡਿਆ ਫਿਰਦਾ ਸੀ, ਟਿੰਡੇ ਨੇ ਗੱਡੀ ਹੋਈ ਸੀ, ਉਹ ਜਿਹੜੀ ਖੜਾਂ ਇਹਦੇ ਸੀਸ ਵਿੱਚ ਜਾ ਕੇ ਲੱਗੀ, ਖੜਾ ਕਰਦੀ ਵੱਜੀ ਹੈ। ਉੱਡਿਓ ਬਹੁਰ ਪੀਰਾ ਪੀ ਭਾਰੇ। ਫਿਰ ਜਦੋਂ ਖੜਾਂ ਵੱਜੀ ਬੜੀ ਭਾਰੀ ਪੀੜਾ ਹੋਈ ਤੇ ਫਿਰ ਉੱਡਿਆ ਤਾਂ ਨੂੰ। ਤਿਹ ਤੇ ਉੱਚੀ ਗਈ ਖਰਾਏ। ਇਹ ਜਿੰਨਾ ਉੱਚਾ ਗਿਆ ਖੜਾ ਇਹ ਤੋਂ ਉੱਚੀ ਹੋਰ ਗਈ ਹੈ। ਸਿਰ ਮੈਂ ਲਾਗੀ ਰਹਿਓ ਬਚਾਏ। ਇਹਦੇ ਬੜਾ ਬਚਾਅ ਕਰ ਰਿਹਾ, ਪਰ ਬਚਾਅ ਹੁੰਦਾ ਨਹੀਂ, ਸਿਰ ਵਿੱਚ ਹੀ ਜਾ ਲੱਗਦੀ ਹੈ, ਠਾ ਕਰਦੀ ਵੱਜਦੀ ਹੈ। ਜਬ ਥਿਰ ਹੋਵਾ ਪੁਨ ਸਿਰ ਲਾਗਾ। ਜਦੋਂ ਹੀ ਇਹ ਟਿਕ ਜਾਂਦਾ, ਕਦੇ ਸਥਿਤ ਹੁੰਦਾ, ਉਦੋਂ ਹੀ ਇਹਦੇ ਸਿਰ ਵਿੱਚ ਲੱਗਦੀ ਖੜਾ। ਹਟਾ ਨਾ ਕਸ ਜੇ ਅਪਰ ਦਿਸ਼ ਭਾਗਾ। ਇਹ ਭਾਵੇਂ ਹੋਰ ਤਰਫ ਹੀ ਭੱਜਦਾ, ਜਦੋਂ ਹੋਰ ਤਰਫ ਭੱਜਦਾ ਹੈ, ਜਿੱਧਰੋਂ ਵੱਜਦੀ ਹੈ ਨਾ, ਤੇ ਇਹ ਕੀ ਕਰਦਾ ਵੀ ਦੂਜੇ ਪਾਸੇ ਹੋਣ ਪੈਂਦਾ। ਜਦੋਂ ਹੋਰ ਤਰਫ ਭੱਜਦਾ ਹੈ ਤੇ ਖੜਾਂ ਕਿਸੇ ਵੀ ਯਤਨ ਨਾਲ ਪਿੱਛੇ ਨਹੀਂ ਮੁੜਦੀ, ਇਹਦੇ ਪਿੱਛੇ ਪਿੱਛੇ ਲੱਗੀ ਹੋਈ ਹੈ। ਸ੍ਰੀ ਨਾਨਕ ਕੀ ਦੇਸ ਜਬ ਆਵੇ। ਹਾਂ, ਇੱਕ ਇਹਦਾ ਬਚਾਅ ਹੁੰਦਾ ਜਦੋਂ ਇਹ ਗੁਰੂ ਨਾਨਕ ਸਾਹਿਬ ਜੀ ਦੀ ਤਰਫ ਆਉਂਦਾ ਭੰਗਰ ਨਾਥ। ਸਿਰ ਤੇ ਕੌਸ ਲੱਗਣ ਹਟ ਜਾਵੇ। ਇਹਦੇ ਸਿਰ ਵਿੱਚ ਖੜਾਂ ਵੱਜਣ ਤੋਂ ਹਟ ਜਾਂਦੀ ਹੈ। ਜਾਣਿਓ ਰਿਦ ਨਾ ਹਟਿਓ ਖਰਾਓ। ਇਹਨੇ ਜਦੋਂ ਰਿਦੇ ਵਿੱਚ ਜਾਣਿਆ ਵੀ ਇਹ ਖੜਾਂ ਨਹੀਂ ਹਟਣੀ ਤੇ ਵੱਜੀ ਜਾਣੀ ਲੱਗਦਾ। ਕਰ ਬਹੁ ਰਹਿਓ ਨਾ ਚਲਤ ਪਾਓ। ਰਿਦੇ ਵਿੱਚ ਇਹਨੇ ਜਾਣਿਆ ਵੀ ਖੜਾਂ ਜਿਹੜੀ ਹੈ ਵੀ ਇਹ ਹਟਦੀ ਨਹੀਂ ਹੈ, ਕਰਦੀ ਕੀ ਵੱਜੀ ਜਾਂਦੀ ਹੈ। ਫਿਰ ਇਹ ਜਿਹੜਾ ਉਪਾਓ ਯਤਨ ਹੀਲੇ ਦੇ ਬਹੁਤ ਕਰ ਰਿਹਾ ਹੈ,
ਪਰ ਇਹਦਾ ਯਤਨ ਕੋਈ ਚੱਲਦਾ ਨਹੀਂ ਹੈ। ਪੀਰ ਪਾਏ ਹਿਰਦੇ ਪਛਤਾਨਾ, ਪੀੜ ਪਾ ਕੇ ਸੱਟ ਜੀ ਖਾ ਕੇ ਹਿਰਦੇ ਵਿੱਚ ਬੜਾ ਪਛਤਾਉਂਦਾ ਭੰਗਰਨਾਥ। ਮਿਟਿਓ ਗਰਭ ਬਹੁ ਭਇਓ ਲਜਾਨਾ, ਖੜਾਵਾਂ ਵੱਜ ਵੱਜ ਕੇ ਇਹਦਾ ਹੰਕਾਰ ਮਿਟ ਗਿਆ ਤੇ ਬੜਾ ਸ਼ਰਮਿੰਦਾ ਹੋਇਆ ਹੈ। ਦੋਹਰਾ ਹੋਏ ਦੀਨ ਆਵਤ ਭਇਓ, ਇਹ ਦੀਨ ਮਾੜਾ ਜਿਹਾ ਹੋ ਕੇ ਤੇ ਆਉਣ ਲੱਗਾ ਥੱਲੇ। ਜਹ ਬੇਦੀ ਕੁਲ ਦੀਪ, ਜਿੱਥੇ ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਰੂਪ ਗੁਰੂ ਨਾਨਕ ਸਾਹਿਬ ਜੀ ਸੁਭਾਏਮਾਨ ਬੈਠੇ ਹੋਏ ਸੀ। ਚਰਨ ਕਮਲ ਬੰਦਨ ਕਰੀ, ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਉੱਪਰ ਆ ਕੇ ਨੇ ਨਮਸਕਾਰ ਕੀਤੀ ਹੈ। ਬੈਠਿਓ ਹੋਏ ਸਮੀਪ, ਕੋਲ ਜੇ ਹੋ ਕੇ ਬੈਠ ਗਿਆ ਹੈ। ਚੌਪਈ ਗੋਰਖ ਦੇਖ ਬਚਨ ਕੋ ਕਹਾ, ਗੋਰਖਨਾਥ ਨੇ ਦੇ ਕੇ ਬਚਨ ਕਿਹਾ। ਕਿਉ ਕਰਵਾਏ ਬਿਨਾ ਨਾ ਰਹਾ। ਐਵੇਂ ਇੱਥੇ ਸਮਾਪਤ ਕਰਦੇ। ਐਵੇਂ ਸਾਧ ਸੰਗਤ ਜੀ ਜਿਹੜਾ ਹੈ ਭੰਗਰਨਾਥ ਇਹ ਉੱਡਿਆ ਸੀ ਹੰਕਾਰ ਜਿਹਾ ਕਰਕੇ। ਫਿਰ ਜਦੋਂ ਗੁਰੂ ਸਾਹਿਬ ਜੀ ਨੇ ਖੜਾਂ ਛੱਡੀ ਇਹਦੇ ਪਿੱਛੇ, ਇਹਦੇ ਸਿਰ ਵਿੱਚ ਵੱਜਦੀ ਹੈ। ਜਦੋਂ ਫਿਰ ਸਿਰ ਵਿੱਚ ਵੱਜਦੀ ਹੈ ਤਾਂ ਨੂੰ ਉੱਡਦਾ ਹੋਰ, ਤਾਂ ਫਿਰ ਖੜਾਂ ਉੱਤੋਂ ਉੱਚੀ ਜਾ ਕੇ ਇਹਦੇ ਵੱਜਦੀ ਹੈ। ਬੜਾ ਫਿਰ ਇਹਦੇ 'ਚ ਪਛਤਾਇਆ ਕਿ ਖੜਾਂ ਹਟਦੀ ਕਿਉਂ ਨਹੀਂ ਹੈ। ਅਖੀਰੀ ਸ਼ਰਮਿੰਦਾ ਜਿਹਾ ਹੋ ਕੇ ਹੰਕਾਰ ਜਿਹਾ ਨਿਵਰਤ ਕਰਕੇ ਹੇਠਾਂ ਆ ਗਿਆ। ਜਿੱਥੇ ਸਤਿਗੁਰੂ ਜੀ ਤਲਾਅ ਦੇ ਕਿਨਾਰੇ 'ਤੇ ਬੈਠੇ ਹੋਏ ਸਨ, ਉੱਥੇ ਆ ਕੇ ਚਰਨੀ ਪਿਆ ਹੈ ਭੰਗਰਨਾਥ। ਫਿਰ ਜਿਵੇਂ ਨੇ ਆਪਣੀ ਭੁੱਲ ਬਖਸ਼ਾਈ ਹੈ ਅਤੇ ਸਤਿਗੁਰੂ ਜੀ ਨੇ ਅੱਗੇ ਹੋਰ ਬਚਨਾਂ ਦੇ ਰਾਹੀਂ ਕਿਰਪਾ ਕੀਤੀ। ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰ ਲਵਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਹੁਣ ਇੱਥੇ ਹੀ ਸਮਾਪਤੀ ਕਰੀਏ ਜੀ। ਹੋਏ ਦੀਨ ਆਵਤ ਭਇਓ, ਜਹ ਬੇਦੀ ਕੁਲ ਦੀਪ, ਚਰਨਾ ਕਮਲ ਬੰਦਨ ਕਰੀ, ਬੈਠਿਓ ਹੋਏ ਸਮੀਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।